सतनाम वाहिगुरु साहिब जीओ। गुरु गरीब निवास, जो हमारी बिद होती मेरे सतगुरा। सा बिद तुम हर जानो आपे। हम रुलते फिरते कोई बात ना पूछता। गुर सतगुर संग कीरे हम थापे। धन धन गुरु नानक जन केरा। जित मिले चुके सब सोग संतापे। ज्यों बुलावे त्यों बोले स्वामी। कुदरत कवण हमारी। साध संग नानक जस गायो। जो प्रभ की अत प्यारी। साध संग नानक जस गायो। जो प्रभ की अत प्यारी। धन धन श्री गुरु ग्रंथ साहिब सच्चे पातशाह जी दे पावन पवित्र चरण कमलों विच जुड़ मिल बैठे सतसंगी प्यार वालियो। संसारक धंधियां ने जीवन के खजाने विचों एक कीमती दिन अज फिर खो लिया साडे कोलों। जितने पल मिले ने उतने पल गुरु की याद नाल सांझे हो जाण। गुरु अगे बेनती करिए, पातशाह साडे मन नूं टिकाओ, अपने चरणों विच जोड़ो। तुहाडा दिता उपदेश असीं सुन सकीए, कमा सकीए। करो बिरतियां एकागर, अदब सत्कार नाल गुरु फतेह जी सांझ करो जी। आखो जी वाहिगुरु जी का खालसा, वाहिगुरु जी की फतेह। अज दी पंक्ति तुहाडे नाल सांझी करनी है। त्यागना त्यागन नीका, काम क्रोध लोभ त्यागना। गुरमत का एक बड़ा प्यारा सिद्धांत है। अमृत बाणी विच साहब ने बख्शिश किया, आसा की बार दे बोलने। वस्तु अंदर वस्त समावे, दूजी होवे पास। किसी वस्तु विच वस्तु तदी समा सकती है जो उहदे विच पई पहली वस्तु कढ के आपां पासे रख लईए। जिहड़े बर्तन विच कुछ पहले ही पाया होया है ते उहदे विच होर कुछ नहीं पाया जा सकता, इस सिद्धांत है। हुण रब्बी बाणी ये बचन आखदी है, मनुख दा शरीर, मनुख दा अंतर आत्मा पहले ही भरिया पिया है। काम क्रोध नगर बहु भरिया, ये भरिया पिया सारा। साहब आखते ने, कहते धार्मिक दुनिया विच तुरन वालिया, पहली हिदायत मैं तेनू यह करना है, अपने जीवन के अंदर सब तो पहले जीवन के भांडे नू खाली कर। इहदे विचों त्याग, इन्हां चीज़ां दा त्याग कर। एक मैं इत्थे ही उदाहरण देनी आ, फिर गल अगे शुरू करने। कुछ एक साखियां अजिहियां ने ਜਿਹੜੀਆਂ ਸਾਖੀਆਂ ਦੀ ਬਜਾਏ ਸਿੱਖਿਆ ਬਹੁਤੀ ਦਿੰਦੀਆਂ ਨੇ, ਪਰ ਇਹ ਸਾਡੀ ਬਦਕਿਸਮਤੀ ਹੈ। ਅਸੀਂ ਉਹਨਾਂ ਨੂੰ ਸਾਖੀ ਰੂਪ ਵਿੱਚ ਪਰੋ ਕੇ ਉੱਥੇ ਤੱਕ ਹੀ ਰੱਖ ਲਿਆ, ਜਿਵੇਂ ਸਾਖੀ ਹੈ ਭਾਈ ਮੰਝ ਦੀ। ਗੁਰੂ ਚਰਨਾਂ ਵਿੱਚ ਆਇਆ ਸਾਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਸਜਣਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਗੱਲ ਇੰਨੀ ਕੁ ਹੋਈ ਹੈ। ਉਹ ਭਾਈ ਮੰਝ ਗਿਆ,
ਉਹਨੇ ਪਹਿਲੀ ਸਿੱਖੀ ਆਪਣੇ ਘਰ ਵਿੱਚੋਂ ਵੀ, ਆਪਣੇ ਤਨ ਵਿੱਚੋਂ ਵੀ, ਆਪਣੇ ਮਨ ਵਿੱਚੋਂ ਵੀ ਸਾਰੀ ਕੱਢ ਕੇ ਖਾਲੀ ਕਰਕੇ ਗੁਰੂ ਕੋਲ ਆ ਗਿਆ। ਔਰ ਗੁਰੂ ਨੇ ਵੀ ਉਹਦੇ ਅੰਦਰ ਫਿਰ ਉਹ ਸਿੱਖੀ ਰੱਖ ਦਿੱਤੀ ਜਿਹਦੇ ਉੱਤੇ ਗੁਰੂ ਨੇ ਖੁਦ ਨੇ ਏਡਾ ਵੱਡਾ ਮਾਣ ਕੀਤਾ। ਇੱਕ ਦਿਨ ਹਿੱਕ ਨਾਲ ਲਾ ਕੇ ਕਹਿਣ ਲੱਗੇ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਇਹੋ ਗੱਲ ਜ਼ਰੂਰ ਸਾਨੂੰ ਵੀ ਰੋਜ਼ ਆਖਦੇ ਨੇ, ਪਰ ਅਸੀਂ ਭਾਈ ਮੰਝ ਤੱਕ ਕੇਵਲ ਸੀਮਤ ਕਰ ਲੈਂਦੇ ਹਾਂ। ਇਹ ਗੱਲ ਆਪਣੇ ਤੇ ਲਾਗੂ ਕਰਕੇ ਨਹੀਂ ਦੇਖਦੇ। ਮੈਨੂੰ ਵੀ ਤੇ ਗੁਰੂ ਆਖਦਾ, ਸਿੱਖਾ ਸਿੱਖੀ ਤੇ ਸਿੱਖੀ ਨਹੀਂ ਟਿਕਣੀ। ਜਿੰਨਾ ਚਿਰ ਤੇਰਾ ਅੰਦਰ ਵਿਕਾਰਾਂ ਦਾ ਭਰਿਆ ਹੋਇਆ ਉਹਨਾਂ ਚਿਰ ਰੱਬ ਦੀ ਬੰਦਗੀ ਦਾ ਨਿਵਾਸ ਨਹੀਂ ਜੀ ਹੋਣਾ। ਇਹਨਾਂ ਦਾ ਤਿਆਗ ਕਰ। ਕਿਹੜੀਆਂ 3 ਚੀਜ਼ਾਂ ਤਿਆਗਣੀਆਂ ਨੇ, ਅੱਜ ਉਹਦਾ ਜ਼ਿਕਰ ਮੇਰੇ ਪਾਤਸ਼ਾਹ ਨੇ ਅੰਮ੍ਰਿਤਮਈ ਬਾਣੀ ਵਿੱਚ ਕੀਤਾ ਹੈ। ਤਿਆਗਨ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ। ਇੱਥੇ ਹੁਣ ਥੋੜੀ ਜਿਹੀ ਤਵੱਜੋ ਦਿਓ। ਮਨੁੱਖ ਆਪਣੀ ਜ਼ਿੰਦਗੀ ਵਿੱਚ ਬੜਾ ਕੁਝ ਤਿਆਗਦਾ ਹੈ, ਇਸ ਗੱਲ 'ਚ ਕੋਈ ਦੋ ਰਾਮਾ ਨਹੀਂ। ਬਲਕਿ ਮੈਂ ਇੱਥੋਂ ਤੱਕ ਬਚਨ ਕਹਿ ਦਿਆਂ, ਜਿਹੜੇ ਪ੍ਰਮੁੱਖ ਤੀਰਥ ਨੇ ਉਹਨਾਂ ਤੇ ਜਦੋਂ ਇਸ਼ਨਾਨ ਕਰਨ ਜਾਂਦੇ ਨੇ ਲੋਕ, ਤਾਂ ਉੱਥੇ ਬਕਾਇਦਾ ਉੱਥੋਂ ਦੇ ਪ੍ਰੋਹਿਤ ਇੱਕ ਗੱਲ ਆਖਦੇ ਨੇ ਵੀ ਸੱਜਣਾ ਕੋਈ ਇੱਕ ਚੀਜ਼ ਇੱਥੇ ਛੱਡ ਕੇ ਜਾ। ਤੇ ਬੰਦਾ ਏਡਾ ਚਲਾਕ ਹੈ, ਜਿਹੜੀ ਚੀਜ਼ ਨੂੰ ਜ਼ਿੰਦਗੀ 'ਚ ਬਹੁਤ ਘੱਟ ਪਸੰਦ ਕਰਦਾ ਉੱਥੇ ਛੱਡ ਆਉਂਦਾ। ਮੰਨ ਲਓ ਕਿਸੇ ਨੂੰ ਲਾਲ ਪੱਗ ਬੰਨਣ ਦਾ ਸ਼ੌਕ ਨਹੀਂ ਹੈ, ਉਹ ਕਹਿੰਦਾ ਵੀ ਅੱਜ ਤੋਂ ਬਾਅਦ ਮੈਂ ਲਾਲ ਪੱਗ ਬੰਨਣੀ ਛੱਡੀ। ਕਿਸੇ ਨੂੰ ਕੋਈ ਚੀਜ਼ ਖਾਣੀ ਪਸੰਦ ਨਹੀਂ ਹੈ, ਸ਼ੂਗਰ ਹੈ ਮੰਨ ਲਓ ਵੀ ਉਹ ਨਹੀਂ ਸ਼ੂਗਰ ਰਹਿੰਦਾ, ਤੇ ਉਹ ਕਹਿੰਦਾ ਮੈਂ ਅੱਜ ਤੋਂ ਬਾਅਦ ਸ਼ੂਗਰ ਛੱਡੀ। ਇਹੋ ਜਿਹੀਆਂ ਚੀਜ਼ਾਂ ਮਨੁੱਖ ਛੱਡਦਾ ਆਇਆ ਹੈ। ਇਹ ਅਕਸਰ ਹੀ ਰੀਤ ਰਹੀ ਹੈ ਪੁਰਾਤਨ। ਪਰ ਮੇਰੇ ਮਾਲਕ ਆਖਦੇ ਨੇ, ਕਹਿੰਦੇ ਸੱਜਣਾ ਸਭ ਤੋਂ ਤਿਆਗਣਾ ਜਿਹੜਾ ਔਖਾ ਹੈ ਨਾ, ਉਹ ਇਹਨਾਂ 3 ਚੀਜ਼ਾਂ ਨੂੰ ਤਿਆਗਣਾ ਹੈ। ਜੇ ਤਿਆਗਣਿਆਂ ਵਿੱਚੋਂ ਚੰਗਾ ਤਿਆਗ ਸਮਝਣਾ ਹੈ ਨਾ, ਤਾਂ ਸਭ ਤੋਂ ਚੰਗਾ ਤਿਆਗ ਹੈ ਤੂੰ ਆਪਣੀ ਜ਼ਿੰਦਗੀ ਵਿੱਚੋਂ ਤਿਆਗ ਕਰ ਕਾਮ ਦਾ, ਤਿਆਗ ਕਰ ਕ੍ਰੋਧ ਦਾ, ਤਿਆਗ ਕਰ ਲੋਭ ਦਾ। ਤਿਆਗਣਾ ਤਿਆਗਨ ਨੀਕਾ। ਨੀਕਾ ਸ਼ਬਦ ਦਾ ਅਰਥ ਹੁੰਦਾ ਚੰਗਾ। ਸਭ ਤੋਂ ਚੰਗਾ ਹੈ ਕਿਤੇ ਤੂੰ ਕਾਮ ਨੂੰ, ਕ੍ਰੋਧ ਨੂੰ ਤੇ ਲੋਭ ਨੂੰ ਤਿਆਗ ਦੇਵੇਂ। ਹੁਣ ਇੱਕ ਇੱਕ ਗੱਲ ਨੂੰ ਲੈ ਕੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ, ਗੱਲ ਪਕੜ ਵਿੱਚ ਆ ਜਾਏ। ਇਹ 3 ਚੀਜ਼ਾਂ ਹੀ ਕਿਉਂ ਤਿਆਗਣ ਲਈ ਕਹੀਆਂ ਨੇ? ਇਸ ਲਈ ਕਿਉਂਕਿ ਮਨੁੱਖਤਾ ਜਿਹੜੀ ਹੈ ਨਾ, ਉਹ ਜਦੋਂ ਦੀ ਵੀ ਤੁਰੀ ਹੈ, ਉਹਦੇ ਇਤਿਹਾਸ ਨੂੰ ਪੜ੍ਹੀਏ ਤਾਂ ਬਹੁਤ ਵਾਰੀ ਮਨੁੱਖਤਾ ਦਾ ਇਤਿਹਾਸ ਕਲੰਕਿਤ ਕੀਤਾ ਕਾਮੀ ਲੋਕਾਂ ਨੇ। ਬਲਕਿ ਮੈਂ ਇੱਥੋਂ ਤੱਕ ਬਚਨ ਕਹਿ ਦਿਆਂ, ਜੇ ਲੜਾਈ ਦੇ 3 ਕਾਰਨ ਵਿਦਵਾਨਾਂ ਨੇ ਮੰਨੇ ਨੇ, ਤਾਂ ਉਹਨਾਂ 3 ਕਾਰਨਾਂ ਵਿੱਚੋਂ ਜੇ ਬਹੁਤ ਨੇੜੇ ਹੋ ਕੇ ਦੇਖੋਗੇ ਤਾਂ ਇਹੋ ਜਿਹੇ ਲੱਭਣਗੇ। ਕਿਉਂਕਿ ਜ਼ਰ, ਜ਼ੋਰੋ, ਜ਼ਮੀਨ, ਇਹ 3 ਕਾਰਨਾਂ ਕਰਕੇ ਜਗ ਦੀਆਂ ਲੜਾਈਆਂ ਹੋਈਆਂ ਨੇ। ਇਹ ਗੱਲ ਵੱਖਰੀ ਵੀ ਗੁਰਮਤਿ ਤੋਂ ਵੱਖਰੀ ਹੈ। ਅੱਜ ਆਪਾਂ ਉਹਦੀ ਗੱਲ ਨਹੀਂ ਕਰ ਰਹੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਇੱਕ ਬਖਸ਼ਿਸ਼ ਕੀਤੀ। ਕਹਿਣ ਲੱਗੇ ਸੱਜਣਾ, ਜਦੋਂ ਤੋਂ ਮਨੁੱਖਤਾ ਬਣੀ ਹੈ ਉਦੋਂ ਤੋਂ ਕਾਮ ਦੀ ਦੁਨੀਆ ਨੇ ਮਨੁੱਖ ਦੇ ਜੀਵਨ ਤੇ ਉਹ ਧੱਬੇ ਲਾਏ ਨੇ ਜਿਹਨੂੰ ਵੇਖ ਕੇ ਇਹ ਅਤ ਸ਼ਰਮਿੰਦਾ ਤੇ ਪਛਤਾਉਂਦਾ ਹੈ। ਆਪਾਂ ਕੁਝ ਕੁ ਗੱਲਾਂ ਪਿਛੋਕੜ ਦੀਆਂ ਕਰ ਲਈਏ। ਅਣਗਿਣਤ ਇਹੋ ਜਿਹੀਆਂ ਅਵਸਥਾਵਾਂ ਨੇ ਜਦੋਂ ਮਨੁੱਖ ਕਾਮ ਦੇ ਹੱਥੋਂ ਦੁਖੀ ਹੋਇਆ ਤੇ ਆਪਣੀ ਜ਼ਿੰਦਗੀ ਵਿੱਚ ਉਹ ਕਰਮ ਕਰ ਬੈਠਾ ਹੈ ਜਿਹਦੇ ਨਾਲ ਅੱਜ ਸਮੁੱਚਾ ਇਤਿਹਾਸ ਸ਼ਰਮਿੰਦਾ ਹੁੰਦਾ ਹੈ। ਕਦੇ ਪੜ੍ਹ ਕੇ ਵੇਖੋ। ਕ੍ਰਿਸ਼ਨ ਹੈ, ਇੱਕ ਮੈਂ ਬੇਨਤੀ ਕਰਦਿਆਂ ਵੀ ਰੋਜ਼ ਗੱਲ ਚੱਲਦੀ ਇਸ ਗੱਲ ਦੀ, ਮੈਂ ਕਿਸੇ ਧਰਮ ਦਾ ਵਿਰੋਧੀ ਨਹੀਂ, ਪਰ ਮੈਂ ਕਿਸੇ ਸੱਚਾਈ ਨੂੰ ਲੁਕਾਉਣਾ ਵੀ ਨਹੀਂ ਚਾਹੁੰਦਾ। ਇਹ ਵੀ ਗੱਲ ਚੇਤਾ ਰੱਖਿਓ। ਮੈਂ ਕਿਸੇ ਧਰਮ ਦਾ ਵਿਰੋਧੀ ਨਹੀਂ ਹੈ। ਜਿਹੜੀ ਅਰਜ਼ ਕਰਨ ਲੱਗਾ ਸਾਂ, ਰੱਬੀ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਕਹਿਣ ਲੱਗੇ ਚੰਦਰਾਵਲ ਉਹਨੇ ਛਲੀ ਹੈ, ਕਿਉਂਕਿ ਹਿੰਦੂ ਵੀਰ ਬਹੁਤ ਚਲਾਕ ਬਹੁਤ ਆ। ਉਹ ਕਹਿੰਦੇ ਕਿਹੜੇ ਕ੍ਰਿਸ਼ਨ ਨੇ? ਕਾਨ ਕ੍ਰਿਸ਼ਨ ਜਾਦਮ ਭਇਆ, ਜਿਹੜਾ ਜਾਦਵਾਂ ਦੀ ਕੁੱਲ ਵਿੱਚੋਂ ਕ੍ਰਿਸ਼ਨ ਹੋਇਆ। ਮੈਂ ਉਹਦੀ ਗੱਲ ਕਰਨ ਲੱਗਿਆ, ਹਜ਼ੂਰ ਆਖਦੇ ਨੇ ਉਹਦੀ ਚੰਦਰਾਵਲ ਦੀ ਗੱਲ ਕਰਨ ਲੱਗੇ। ਚੰਦਰਾਵਲ ਇੱਕ ਗੋਵਰਧਨ ਦੀ ਲੜਕੀ ਹੈ। ਗੋਵਰਧਨ ਇਹਦੇ ਪਿਤਾ ਦਾ ਨਾਂ। ਬੱਚੀ ਜਵਾਨ ਹੋਈ, ਇਹਨੇ ਆਪਣੇ ਪਿਤਾ ਕੋਲ ਆ ਕੇ ਇੱਕ ਬਚਨ ਆਖਿਆ। ਕਹਿਣ ਲੱਗੀ, ਪਿਤਾ ਜੀ ਮੇਰੀ ਸ਼ਾਦੀ ਕਰ ਦੇ। ਇਸ ਲਈ ਨਹੀਂ ਵੀ ਮੇਰਾ ਮਨ ਕੋਈ ਮੈਲਾ ਹੈ, ਮੈਂ ਇਸ ਲਈ ਬੇਨਤੀ ਕਰਨਾ ਚਾਹੁੰਦੀ ਹੈ
मेरी शादी इसलिए कर दे क्योंकि मेरे उत्ते एक दिन कृष्ण ने बड़ी नजर भर के तकिया। मैनूं एक गल दा भरोसा भी जिन्हों एक बारी नजर भर के तक लवे ना उहदा जीवन मेला कर देंदा हो। इसलिए मैं चाहुंदी मेरा तू शादी कर दे। उन्हें गोवर्धन ने उस चंद्रावल की शादी की, लेकिन इनू पता लग गया कृष्ण नूं ये उन्हां दा इतिहास है। मैं बेनती करा, अपने कोलों कुछ नहीं कवांगा। उन्हें एक रूप बटाया ते उहदे सोहरे घर चलेगी, जाके कहन लगे भी मैं तां तेरी मासी दी लड़की है, लड़कियां वाला रूप बटाया, मैं तेरी मासी दी लड़की है ते मेरी मां मर गई सी, तुहाडे नाल रिश्ता टुट गया, तेरी शादी हो गई ते मैनूं किसी सद्दिया तक नहीं ते मैं तैनूं मिलण आई है। वो चंद्रावल नूं शक तां सी, उन्हें अपने तौर पर परख करनी चाहिए। उन्हें आख्या तेरे हाथ बड़े मोटे ने, तेरे तां मर्दां वर्गे हाथ ने, स्त्रियां वर्गे नहीं। कहन लगी मां मर गई सी, किसे संभालिया कोई नहीं ते बाहर डंगर चारदियां होया, गोहा चुकदियां होया हाथ मोटे हो गए, स्त्रियां वाली बात नहीं रही। उन्हें फिर बचन आख्या, कहन लगी तेरी चाल भी मर्दामी है। उन्हें जवाब दिता, कहन लगी भज के एक मੱਝ इधर वड़ जानी, किधर वड़ जानी, किसी के खेत विच भज के मोड़नी ते चाल भी मर्दामी होगी। उन्हें उहदे मूंह ते हथ फेर के वेख्या, उन्हें मूंह ते भी हथ एक बचन आख्या, कहन लगे तेरा मूंह भी करड़ा है। इतिहादक मेरे कहण तो मुराद मैं गल संखेप विच रखा। उन्हें कई कुछ उपराले कीते। ये एक भगवान दी बात है, ये विकारां दी दुनिया विच एक भगवान दी बात है केवल। आखिरकार वो चंद्रावल दा सत भंग करदा है। सतगुरां ने वो गल सिख दे जीवन विच निता प्रति अमृत वेले बाणी विच रख दिती। कहन लगे सिखा तेरा जीवन मैला ना होवे, तैनूं पता होना चाहिए भी काम दे पक्षों दुनिया इहो जे माड़े कर्म कर बैठती है। निमक काम स्वाद कारण कोट दिन दुख पावे, घड़ी मोहत रंग माने बहुर बहुर पछतावे। कहन लगे सतगुरु ते सानू रोज ऐसा वचन आखदे ने, ऐसा काम मूले ना कीचे जित अंत पछोताई है। जेड़े काम ने तेनू अंत नू पछतावा देना है, खुशी नहीं देनी, पुत्र मैं तेनू कदे रह नहीं दियांगा, तू वो काम करी। जेड़ा काम तेनू पछतावा देवे, जेड़ा काम तेनू चिंता देवे, जेड़ा काम तेनू दुख देवे, जेड़ा काम तेनू बदनामी देवे, जेड़ा काम तेनू दुनिया विच मुंह दिखाउण जोगा न रखे, वो काम ना करी। मैं तेनू हदायत करना है। हजूर ने कृपा की। ब्रह्मा दी लड़की है सरस्वती, एदी अपनी धी है, किसी बेगानी दी नहीं। सरोवर विचों इशनान करके निकली ते इहने उहनूं निर्वस्त्र नगन रूप च वेख के इहदा खुद दा मन बेईमान हो गया ते उस वेले ब्रह्मा दे लई इहने सामने तकिया, कोल शिवजी बैठा है। इन्हां दीयां कहानियां ने, मैं अर्ज कर रहा भी पुरातनता तो किवें विकारां दी दुनिया विचों लोक दुखी ने। ते उस वेले उन्हें पिछे उड़ के सरस्वती पिछे चले गई, इन्हें पिछे दो अखां ला लियां, वो साइड ते चले गई, इन्हें साइड ते दो अखां ला लियां, इन्हें इधर चले गई, इन्हें इधर अखां ला लियां, वो आसमान विच उड़ गई, उन्हें सिर ते दो अखां ला लियां। शिव जी कोल बैठा सी, उन्हें सिर ते हथ मारिया, कहन लगे शर्म कर, तेरी अपनी धी है। हुण सोच के देखो, जिहदी अपनी धी है वो किसी दी धी दी राखी की कर सकदा है। अगे चला, मैं कई कुछ तुहाडे नाल साझा करना चाहुंदा। इत्थे बस नहीं, जदों कदे इतिहास विचों एक नहीं इहो जिहियां अणगिणत गाथावां पढ़ने हैं। हजूर ने कृपा की। आसा की वार दी आरंभता गी टुंडे असराजे की धुनी। वो धुन ही इस गल दी है, टुंडा असराजा गी वो है अस राजा अते इहदे पिता दा नाम है सारंग। सारंग ने आखिरी उम्र में जाके बिरध अवस्था दे वेले जाके एक शादी होर कर ली। निरंकार ने इहो जी मत मारी, इहो जे कुरागे तुरिया, इहदे घर जिहड़ी आउण वाली बच्ची है वो नौजवान है, उहदे मन विच विकारां दी भावना है। इहदा पुत्र है अस, अस राजा, वैसे वो इकट्ठा जुड़ गया, अस उहदा नाम है असल विच। उन्हें अपना जीवन मैला करना चाहया, पर अस ने बचन आखे तू मेरी मां दा दर्जा रखनी है, तू मैनूं तेनूं मां वांगू पूजना है। उस इस्त्री ने अस दे उत्ते दूषण ला के, याद रखियो जे उस राजे सारंग दे कोल कई तरह दी गल्लां कीतियां। सारंग दुखी होया, उन्हें अपने पुत्र नूं फांसी दे तख्ते ते या कतल करन दा हुक्म दे दिता। वजीर बड़े सियाणे सन, वो जंगली ले गए, जंगल ले जाके ओदी एक चिची उंगली कट के
ਨਿਕੜੀ ਉਂਗਲੀ ਕੱਟ ਕੇ ਰਾਜੇ ਦੇ ਪੇਸ਼ ਕਰ ਦਿੱਤੀ। ਕਹਿਣ ਲੱਗੇ ਅਸੀਂ ਤੇਰੇ ਪੁੱਤਰ ਨੂੰ ਮਾਰ ਆਏ ਹਾਂ, ਪਰ ਉਹਨੂੰ ਉੱਥੇ ਛੱਡ ਆਏ। ਰਾਜਾ ਸੀ, ਸੁੱਖਾਂ ਵਿੱਚ ਜੀਵਨ ਗੁਜ਼ਾਰਿਆ ਸੀ। ਇੱਕ ਜੰਗਲ ਵਿੱਚ ਇਕੱਲਾ ਇੱਕ ਅੰਗ ਕੱਟਿਆ ਹੋਇਆ ਬੇਅੰਤ ਦੁਖੀ ਹੋ ਰਿਹਾ ਹੈ। ਉਸ ਵੇਲੇ ਕੁਰਲਾ ਕੁਰਲਾ ਕੇ ਰੋ ਰਿਹਾ ਹੈ। ਕੁਝ ਵਪਾਰੀ ਊਠਾਂ ਵਾਲੇ ਉੱਥੋਂ ਦੀ ਲੰਘੇ ਬਣਜਾਰੇ, ਉਹਨਾਂ ਨੇ ਵੇਖ ਲਿਆ, ਉਹਨਾਂ ਨੇ ਉਹਨੂੰ ਨਾਲ ਚੁੱਕ ਲਿਆ, ਕੁਝ ਖਾਣ ਪੀਣ ਨੂੰ ਦਿੱਤਾ, ਇਲਾਜ ਕਰਵਾਇਆ, ਚੰਗਾ ਕਰਕੇ ਇੱਕ ਧੋਬੀਆਂ ਦੇ ਕੋਲ ਵੇਚ ਗਏ। ਮੈਂ ਗੱਲ ਸੰਖੇਪ ਵਿੱਚ ਨੇੜੇ ਨੇੜੇ ਕਰਨੀ ਚਾਹੁੰਦਾ। ਧੋਬੀਆਂ ਦੇ ਕੋਲ ਵੇਚਿਆ ਹੋਇਆ ਤੇ ਹੁਣ ਧੋਬੀਆਂ ਦੇ ਘਰ ਉਹ ਗੁਲਾਮ ਵਾਂਗੂ ਰਹਿੰਦਾ ਤੇ ਇੱਕ ਕੱਪੜੇ ਚੁੱਕਦਾ, ਧੋਬੀਆਂ ਦੇ ਉੱਥੇ ਘਾਟ ਤੇ ਲੈ ਜਾਂਦਾ, ਘਾਟ ਤੋਂ ਧੋਤੇ ਕੱਪੜੇ ਚੁੱਕਦਾ ਤੇ ਘਰ ਲੈ ਆਉਂਦਾ। ਨਿੱਤਾ ਪ੍ਰਤੀ ਦੀ ਇਹ ਕਾਰ ਹੈ। ਇੱਕ ਦਿਨ ਰੱਬ ਦਾ ਸਬੱਬ ਵਰਤਿਆ ਵੀ ਉੱਥੋਂ ਦਾ ਰਾਜਾ ਉਹ ਚੜ੍ਹਾਈ ਕਰ ਗਿਆ, ਉਹਦੇ ਅੱਗੇ ਔਲਾਦ ਨਹੀਂ, ਤੇ ਅੰਦਰ ਖਾਤੇ ਵਜ਼ੀਰਾਂ ਨੇ ਬੈਠ ਕੇ ਇੱਕ ਫੈਸਲਾ ਕਰ ਲਿਆ ਵੀ ਇਉਂ ਕਰੀਏ, ਲੜਾਈ ਝਗੜੇ ਦਾ ਕਾਰਨ ਨਾ ਬਣੇ ਕਿਸੇ ਦੁਨੀਆ ਵਿੱਚੋਂ। ਜਿਹੜਾ ਬੰਦਾ ਪਹਿਲਾਂ ਆ ਕੇ ਬੂਹਾ ਖੜਕਾਵੇ ਆਪਾਂ ਉਹਨੂੰ ਰਾਜਾ ਬਣਾ ਦੇਣਾ। ਹੁਣ ਇਧਰਲੇ ਪਾਸੇ ਧੋਬੀ ਦਾ ਖੋਤਾ ਜਿਹਦੇ ਤੇ ਉਹ ਰੋਜ਼ ਕੱਪੜੇ ਰੱਖ ਕੇ ਲੈ ਕੇ ਜਾਂਦਾ, ਲੈ ਕੇ ਆਉਂਦਾ, ਉਹ ਗੁਆਚ ਗਿਆ। ਇਹਨੇ ਸੋਚਿਆ ਮੇਰਾ ਹੈ ਕੋਈ ਨਹੀਂ ਅੱਗੇ ਪਿੱਛੇ, ਕਿਤੇ ਇਹ ਨਾ ਹੋਵੇ ਮੈਨੂੰ ਇਹ ਧੋਬੀ ਵੀ ਆਪਣੇ ਘਰੋਂ ਕੱਢ ਦੇਵੇ ਤੇ ਮੈਂ ਉਹ ਖੋਤਾ ਜਿਹੜਾ ਗੁਆਚਿਆ ਹੋਇਆ ਉਹਨੂੰ ਲੱਭਾਂ ਕਿਤੇ ਨਾ ਕਿਤੇ। ਜਦੋਂ ਲੱਭਦਾ ਲੱਭਦਾ ਉਸ ਨਗਰ ਵਿੱਚ ਚਲਾ ਗਿਆ। ਸਵੇਰ ਹੋਈ ਤੇ ਉਸ ਨਗਰ ਦਾ ਬੂਹਾ ਖੜਕਾਇਆ, ਉਸ ਇਲਾਕੇ ਵਿੱਚ ਗਿਆ ਤੇ ਜਦੋਂ ਓਪਰਾ ਬੰਦਾ ਦੇਖਿਆ, ਇਹਨੂੰ ਉਸੇ ਵੇਲੇ ਚੁੱਕ ਕੇ ਤਖਤ ਤੇ ਬਿਠਾ ਦਿੱਤਾ। ਸੀ ਰਾਜੇ ਦਾ ਪੁੱਤਰ, ਰਾਜਨੀਤੀ ਬਾਰੇ ਪਤਾ ਸੀ, ਰਾਜ ਚੰਗਾ ਚਲਾ ਲਿਆ। ਇਹੋ ਜਿਹਾ ਰਾਜ ਚੱਲਿਆ, ਇਹਦੇ ਪਿਓ ਦੇ ਰਾਜ ਵਿੱਚ ਕਾਲ ਪੈ ਗਿਆ। ਉੱਥੋਂ ਦਾ ਵਜ਼ੀਰ ਇਹਦੇ ਰਾਜ ਵਿੱਚੋਂ ਅਨਾਜ ਲੈਣ ਆਇਆ। ਇਹਨੇ ਆਪਣੇ ਪਿਓ ਦੇ ਵਜ਼ੀਰ ਨੂੰ ਪਛਾਣ ਲਿਆ, ਬੜਾ ਅਦਬ ਸਤਿਕਾਰ ਕੀਤਾ ਤੇ ਸਾਰੀ ਕਹਾਣੀ ਦੱਸੀ ਵੀ ਮੇਰੇ ਨਾਲ ਇਵੇਂ ਵਰਤੀ ਸੀ। ਉਹਦੇ ਪੁੱਤਰ ਨੇ ਜਦੋਂ ਸਾਰੀ ਕਹਾਣੀ ਦੱਸੀ ਉਸ ਵਜ਼ੀਰ ਨੂੰ, ਵਜ਼ੀਰ ਨੇ ਜਾ ਕੇ ਸਾਰੀ ਕਹਾਣੀ ਰਾਜੇ ਨੂੰ ਦੱਸੀ। ਸਾਰੰਗ ਰਾਜਾ ਆਪਣੇ ਪੁੱਤਰ ਕੋਲ ਆਇਆ, ਉਹਨੇ ਆਪਣਾ ਵੀ ਰਾਜ ਦੇ ਦਿੱਤਾ ਤੇ ਗੱਲ ਆਖੀ। ਕਹਿਣ ਲੱਗੇ ਪੁੱਤਰਾ, ਇੱਕ ਵਿਕਾਰਾਂ ਦੀ ਦੁਨੀਆ ਵਿੱਚ ਮੈਂ ਵੀ ਡੁੱਬ ਗਿਆ ਸੀ, ਵਿਕਾਰਾਂ ਦੀ ਦੁਨੀਆ 'ਚ ਤੇਰੀ ਮਾਂ ਵੀ ਡੁੱਬ ਗਈ ਸੀ, ਪਰ ਤੂੰ ਧੰਨ ਹੈ ਜੀਵਨ ਨੇ, ਜਿਹਨੇ ਜੀਵਨ ਨੂੰ ਏਡਾ ਉੱਚਾ ਰੱਖਿਆ। ਅਸੀਂ ਰੁਲ ਗਏ, ਤੂੰ ਤਰ ਗਿਆ। ਰੱਬੀ ਬਾਣੀ ਵਿੱਚ ਇੱਕ ਨਹੀਂ ਇਹੋ ਜਿਹੇ ਅਣਗਿਣਤ ਬਚਨ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ। ਕਹਿਣ ਲੱਗੇ ਭਲਿਆ ਪੁਰਖਾ, ਆਪਣੇ ਜੀਵਨ ਅੰਦਰ ਇਹ ਝਾਤ ਮਾਰ ਕੇ ਦੇਖੀ। ਹਜ਼ੂਰ ਦੀ ਬਾਣੀ ਦਾ ਬਚਨ ਹੈ, ਮਾਲਕ ਆਖਦੇ ਨੇ, ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਰੱਬੀ ਬਾਣੀ ਦੇ ਬਚਨ ਕਈ ਵਾਰੀ ਪੜ੍ਹਦੇ ਹੋ, ਹਜ਼ੂਰ ਕਿਰਪਾ ਕਰਦੇ ਨੇ। ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਜਾਂ ਫਿਰ ਅੰਮ੍ਰਿਤ ਬਚਨ ਪੜ੍ਹਦੇ ਹੋ। ਹਜ਼ੂਰ ਕਿਰਪਾ ਕਰਦੇ ਨੇ, ਕਹਿਣ ਲੱਗੇ ਭਲਿਆ ਪੁਰਖਾ, ਆਪਣੇ ਜੀਵਨ ਅੰਦਰ ਝਾਤ ਮਾਰ ਕੇ ਦੇਖੀ। ਅੱਖੀ ਸੂਤਕ ਵੇਖਣਾ ਪਰ ਤੇਰੇ ਪਰ ਤਨ ਰੂਪ, ਕੰਨੀ ਸੁਤ ਕੰਨ ਪੈ ਲਾਏ ਤਿਬਾਰੀ ਖਾਹੇ, ਨਾਨਕ ਹੰਸਾ ਆਦਮੀ ਬੱਧੇ ਜੰਪਰ ਜਾਹੇ। ਕਹਿਣ ਲੱਗੇ ਮੈਂ ਹੰਸਾਂ ਵਰਗੇ ਬੰਦੇ ਬੰਨੇ ਹੋਏ ਜਮਾਂ ਦੀ ਪੁਰੀ ਨੂੰ ਜਾਂਦੇ ਵੇਖੇ ਨੇ, ਸਿਰਫ ਕਾਮ ਅਤੇ ਕ੍ਰੋਧ ਦੇ ਅਧੀਨ ਆਪਣੇ ਹੀਰੇ ਵਰਗੇ ਜਨਮ ਨੂੰ ਕੌਡੀਆਂ ਬਦਲੇ ਹਾਰਦਿਆਂ ਹੋਇਆਂ। ਮੈਂ ਤੈਨੂੰ ਇਸ ਗੱਲੋਂ ਸੁਚੇਤ ਕਰਨਾ ਚਾਹਾਂਗਾ, ਇਹ ਗੱਲ ਹੁਣ ਇੱਥੇ ਖਿਆਲ ਕਰਿਓ। ਇਹ ਤਾਂ ਉਹਨਾਂ ਲੋਕਾਂ ਦੀਆਂ ਕਥਾਵਾਂ ਸਨ, ਕੁਝ ਮੈਂ ਸਿੱਖੀ ਵਿੱਚੋਂ ਵੀ ਕਹਿਣਾ ਚਾਹੁੰਦਾ ਤਾਂ ਕਿ ਸਾਡੇ ਜੀਵਨ ਅੰਦਰ ਸੇਧ ਮਿਲ ਸਕੇ। ਮਲਸੀਹਾਂ ਪਿੰਡ ਦਾ ਇੱਕ ਸੇਵਕ ਹੈ, ਭਾਈ ਭਗੀਰਥ। ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਸਿੱਖ ਬਣ ਗਿਆ। ਭਾਈ ਭਗੀਰਥ ਦੇ ਜੀਵਨ ਵੱਲ ਵੇਖ ਕੇ ਭਾਈ ਮਨਸੁਖ ਗੁਰੂ ਦਾ ਸਿੱਖ ਬਣ ਗਿਆ। ਭਾਈ ਮਨਸੁਖ ਵਪਾਰੀ ਬੰਦਾ ਹੈ, ਇਹ ਸੰਗਲਾ ਦੀਪ ਵਪਾਰ ਕਰਨ ਵਾਸਤੇ ਜਾਂਦਾ ਹੈ ਤੇ ਉੱਥੋਂ ਦਾ ਰਾਜਾ ਭਾਈ ਮਨਸੁਖ ਦੇ ਜੀਵਨ ਵੱਲ ਵੇਖ ਕੇ ਧਰਮੀ ਬਣ ਗਿਆ, ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣ ਗਿਆ। ਹੁਣ ਉਹ ਸ਼ਿਵਨਾਬ ਰਾਜਾ ਭਾਈ ਮਨਸੁਖ ਨੂੰ ਇੱਕ ਗੱਲ ਕਹਿੰਦਾ ਵੀ ਸਜਣਾ, ਮੈਂ ਸਭ ਕੁਝ ਤਿਆਗ ਕੇ ਤੇਰੇ ਨਾਲ ਜਾਣਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਹੁਣ ਭਾਈ ਮਨਸੁਖ ਇੱਕ ਬੜੀ ਪਿਆਰੀ ਗੱਲ ਆਖਦਾ ਹੈ, ਕਹਿਣ ਲੱਗੇ ਜਿਹਨੂੰ ਮਿਲਣ ਚੱਲੇ ਆ ਨਾ ਸਾਰਾ ਕੁਝ ਛੱਡ ਕੇ, ਉਹ ਖੁਦ ਕਿਰਤ ਕਰਦਾ, ਉਹ ਖੁਦ ਹੱਟੀਆਂ ਚਲਾਉਂਦਾ, ਉਹ ਖੁਦ ਮੋਦੀਖਾਨੇ ਚਲਾਉਂਦਾ, ਉਹਨੂੰ ਕਿਰਤ ਦਾ ਤਿਆਗੀ ਕੋਈ ਬਹੁਤਾ ਚੰਗਾ ਨਹੀਂ ਲੱਗਦਾ। ਇੱਕ ਮੈਂ ਬੇਨਤੀ ਕਰਦੇ ਹਾਂ, ਨਾਲ ਨਾਲ ਕਈ ਥਾਵਾਂ ਤੇ ਤੁਹਾਡੇ ਨਾਲ ਵੀ ਕਰਦਾ ਜਾਵਾਂਗਾ। ਕੁਝ ਸ਼ਬਦ ਅਜਿਹੇ ਨੇ ਜਿਨ੍ਹਾਂ ਦੇ ਅਰਥ ਅਸੀਂ ਸਵਾਰਥੀ ਲੋਕਾਂ ਨੇ ਬਿਲਕੁਲ ਵਿਗਾੜ ਕੇ ਰੱਖ ਦਿੱਤੇ। ਕੁਝ ਸ਼ਬਦ ਅਜਿਹੇ ਨੇ, ਜਿਵੇਂ ਮੈਂ 2 ਸ਼ਬਦ ਹੀ ਕਹਾਂਗਾ, ਬਾਕੀ ਤੇ ਬਹੁਤ ਨੇ ਅਜਿਹੇ, ਕਿਤੇ ਵਕਤ ਮਿਲੇ ਫਿਰ ਖੋਲਾਂਗੇ ਆਪਾਂ। ਨੰਬਰ 1 ਨਿਸ਼ਕਾਮ।
ਰੱਬੀ ਬਾਣੀ ਵਿੱਚ ਕਿਤੇ ਵੀ ਮਾਇਆ ਦੇ ਤਿਆਗੀ ਦੀ ਕੋਈ ਥਾਂ ਨਹੀਂ, ਕਿਤੇ ਵੀ ਮਾਇਆ ਦੇ ਤਿਆਗੀ ਦੀ ਕੋਈ ਥਾਂ ਨਹੀਂ। ਜੇ ਕੋਈ ਕਹੇ ਵੀ ਮੈਂ ਨਿਸ਼ਕਾਮ ਸੇਵਾ ਕਰਦਾ, ਨਿਸ਼ਕਾਮ ਸੇਵਾ ਕਰਨੀ ਬਹੁਤ ਔਖੀ, ਕੋਈ ਕਰੋੜਾਂ ਚੋਂ ਇੱਕ ਦਾ ਵਿਰਲਾ ਕਰਦਾ ਹੋ ਸਕਦਾ ਹੈ। ਨਿਸ਼ਕਾਮ ਦਾ ਅਰਥ ਹੁੰਦਾ ਜਿਹਦੇ ਮਨ ਵਿੱਚ ਕਾਮਨਾ ਕੋਈ ਨਹੀਂ, ਜਿਹਦੇ ਮਨ ਵਿੱਚ ਭਾਵਨਾ ਕੋਈ ਨਹੀਂ। ਜੇ ਭਾਵਨਾ ਹੈ ਵੀ ਮੇਰੀ ਬੱਲੇ ਬੱਲੇ ਹੋਵੇ ਤਾਂ ਖਿਮਾ ਕਰਿਓ, ਜੇ ਭਾਵਨਾ ਉਹਦੇ ਮਨ ਵਿੱਚ ਹੈ ਉਹ ਨਿਸ਼ਕਾਮ ਨਹੀਂ ਹੈ। ਅਸੀਂ ਨਿਸ਼ਕਾਮ ਦਾ ਅਰਥ ਲੈ ਲਿਆ ਮਾਇਆ ਦੀ ਗੱਲ ਵਿੱਚੋਂ। ਇੱਕ ਗੱਲ ਹੋਰ ਖੋਲਦੇ ਹਾਂ, ਖਿਮਾ ਕਰਿਓ ਜੇ ਕਈ ਵਾਰੀ ਗੱਲ ਆਪਾਂ ਲਾਮੇ ਲੈ ਜਾਂਦੇ, ਪਰ ਮੈਂ ਜਲਦੀ ਵਾਪਸ ਆਉਣ ਦੀ ਕੋਸ਼ਿਸ਼ ਕਰਾਂਗਾ। ਜੇ ਮਾਇਆ ਇੰਨੀ ਮਾੜੀ ਹੋਵੇ ਨਾ ਤੇ ਗੁਰੂ ਕੇ ਚਰਨਾਂ ਵਿੱਚ ਅਸੀਂ ਮਾਇਆ ਨਾ ਰੱਖੀਏ। ਸਾਹਿਬ ਕਹਿੰਦੇ ਤੂੰ ਮੇਰੇ ਕੋਲੋਂ ਸਿੱਖ ਭਲਿਆ। ਮੈਂ ਕਈ ਵਾਰੀ ਉਦਾਹਰਨ ਦੇਣਾ, ਕਹਿਣ ਲੱਗੇ ਗੁਰਦੁਆਰੇ ਆਉਣਾ, ਗੁਰਦੁਆਰੇ ਵਿੱਚੋਂ ਸਿੱਖ, ਗੁਰੂ ਘਰ ਵਿੱਚੋਂ ਸਿੱਖ, ਇੱਥੇ ਮਾਇਆ ਦੀ ਗੋਲਕ ਗੁਰੂ ਦੇ ਚਰਨਾਂ ਵਿੱਚ ਪਈ ਹੋਵੇਗੀ, ਪਰ ਇੱਥੋਂ ਇੱਕੋ ਹੀ ਗੱਲ, ਸਿੱਖ ਵੀ ਗੋਲਕ ਹਮੇਸ਼ਾ ਨੀਵੀਂ ਹੋਵੇਗੀ, ਗੁਰੂ ਕਾ ਆਸਣ ਉੱਚਾ ਹੋਵੇਗਾ। ਕਿਤੇ ਦੁਨੀਆ 'ਚ ਇਹੀ ਗੋਲਕ ਨਹੀਂ ਦੇਖੀ ਹੋਵੇਗੀ ਜਿਹੜੀ ਮਹਾਰਾਜ ਦੇ ਆਸਣ ਤੋਂ ਵੀ ਉੱਚੀ ਹੋਵੇ। ਉਹ ਜੇ ਮੇਰੇ ਘਰ ਵਿੱਚ ਮਾਇਆ ਵਰਤੀ ਜਾ ਸਕਦੀ ਹੈ ਤਾਂ ਤੇਰੇ ਘਰ ਵਿੱਚ ਮਾਇਆ ਕਿਉਂ ਨਹੀਂ ਵਰਤੀ ਜਾ ਸਕਦੀ? ਬਸ ਤੂੰ ਭੁੱਲ ਇੱਕੋ ਹੀ ਕਰਨਾ ਹੈ, ਜਿਹੜਾ ਮਾਇਆ ਦਾ ਆਸਣ ਹੈ ਨਾ ਆਪਣੀ ਜ਼ਿੰਦਗੀ ਤੋਂ ਵੀ ਉੱਚਾ ਕਰ ਲੈਣਾ, ਤੂੰ ਇੱਥੇ ਖੁਆਰ ਹੋ ਜਾਣਾ। ਮੈਂ ਮਾਇਆ ਦੇ ਆਸਣ ਨੂੰ ਆਪਣੇ ਚਰਨਾਂ ਵਿੱਚ ਰੱਖਣਾ, ਤਾਂ ਕਰਕੇ ਘਰ ਕਦੇ ਕਿਸੇ ਨੂੰ ਖੁਆਰ ਨਹੀਂ ਜੇ ਕਰਦਾ। ਬੇਨਤੀ ਮੈਂ ਉਸੇ ਪਾਸੇ ਵੱਲ ਲੈ ਕੇ ਜਾਣੀ ਚਾਹੁੰਦਾ ਜਿਹੜੀ ਤੁਹਾਡੇ ਚਰਨਾਂ ਵਿੱਚ ਕਰ ਰਿਹਾ ਸਾਂ। ਦੂਜਾ ਇੱਕ ਵੈਸ਼ਨੂ ਸ਼ਬਦ ਹੈ, ਮੈਨੂੰ ਖਿਮਾ ਕਰਿਓ ਜੇ ਮੈਂ ਸੱਚੀ ਗੱਲ ਕਹਿਣੀ ਚਾਹਾਂਗਾ। ਵੈਸ਼ਨੂ ਸ਼ਬਦ ਹੈ, ਰੱਬੀ ਬਾਣੀ ਵਿੱਚ ਕਿਤੇ ਵੀ ਵੈਸ਼ਨੂ ਖਾਣੇ ਵਾਲੇ ਬੰਦੇ ਨਾਲ ਨਹੀਂ ਜੋੜਿਆ ਹੋਇਆ, ਕਿਤੇ ਵੀ ਵੈਸ਼ਨੂ ਸ਼ਬਦ ਖਾਣੇ ਨਾਲ ਨਹੀਂ ਜੋੜਿਆ ਹੋਇਆ, ਵੈਸ਼ਨੂ ਵਿਕਾਰਾਂ ਨਾਲ ਜੋੜਿਆ ਹੋਇਆ। ਕਹੋ ਨਾਨਕ ਜਿਨ ਤਜੇ ਵਿਕਾਰ ਸੋ ਵੈਸ਼ਨੂ ਹੈ ਅਪਰ ਅਪਾਰ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਕਹਿਣ ਲੱਗੇ ਜਿਹੜਾ ਬੰਦਾ ਦੁਨੀਆ ਦੇ ਵਿਕਾਰਾਂ ਦੀ ਦੁਨੀਆ ਵਿੱਚੋਂ ਉੱਚਾ ਉੱਠ ਜਾਂਦਾ ਹੈ, ਉਹਦੇ ਵਰਗਾ ਵੈਸ਼ਨੂ ਬੰਦਾ ਦੁਨੀਆ ਵਿੱਚ ਕੋਈ ਨਹੀਂ ਲੱਭ ਸਕਦਾ। ਹੁਣ ਅਸੀਂ ਕੁਝ ਖਾਣੇ ਨਿਸ਼ਚਿਤ ਕਰ ਲਏ ਵੀ ਜਿਹੜਾ ਇਹ ਨਹੀਂ ਖਾਂਦਾ ਉਹ ਵੈਸ਼ਨੂ ਹੈ। ਵਿਕਾਰ ਭਾਵੇਂ ਰੱਜ ਕੇ ਕਮਾਉਂਦਾ ਹੋਵੇ ਲੇਕਿਨ ਉਹਨੂੰ ਅਸੀਂ ਕਹਿੰਦੇ ਵੀ ਇਹ ਵੈਸ਼ਨੂ ਹੈ। ਲੇਕਿਨ ਭਲਿਆ ਪੁਰਖਾ ਸਾਡੀਆਂ ਨਜ਼ਰਾਂ ਚੋਂ ਵੈਸ਼ਨੂ ਹੋ ਸਕਦਾ ਹੈ, ਲੇਕਿਨ ਗੁਰੂ ਦੀਆਂ ਨਜ਼ਰਾਂ ਚੋਂ ਵੈਸ਼ਨੂ ਨਹੀਂ ਜੇ। ਵੈਸ਼ਨੂ ਉਹ ਹੈ ਜਿਹਨੇ ਆਪਣੇ ਅੰਦਰੋਂ ਵਿਕਾਰ ਤਜ ਦਿੱਤੇ ਨੇ। ਮੈਂ ਉਸੇ ਗੱਲ ਵੱਲ ਫਿਰ ਜਾਣਾ ਚਾਹੁੰਦਾ, ਧਿਆਨ ਦਿਓ। ਸ਼ਿਵਨਾਭ ਰਾਜੇ ਨੂੰ ਭਾਈ ਮਨਸੁਖ ਨੇ ਬਚਨ ਆਖੇ, ਕਹਿਣ ਲੱਗੇ ਭਲਿਆ ਤੂੰ ਕਿਹੜੇ ਪਾਸੇ ਤੁਰ ਗਿਆ? ਤੂੰ ਇਸ ਮਾਲਕ ਨੂੰ ਲੱਭਣ ਜਾਣ ਦੀ ਲੋੜ ਨਹੀਂ, ਤੂੰ ਘਰ ਵਿੱਚ ਬੈਠ ਕੇ ਉਹਦੀ ਉਡੀਕ ਕਰ, ਇੱਕ ਦਿਨ ਵਕਤ ਆਵੇਗਾ ਉਹ ਤੈਨੂੰ ਮਿਲੇਗਾ। ਮੈਂ ਕਸ਼ਹਿਰੀ ਦੀ ਗੱਲ ਕਰਨ ਲੱਗਿਆ, ਤੁਹਾਡੇ ਨਾਲ ਮੁੱਢ ਕਿੱਥੋਂ ਵੱਜਿਆ ਸਾਡਾ। ਅੱਜ ਵੀ ਸਾਡੇ ਲੋਕ ਪ੍ਰਚਾਰ ਕਰੀ ਜਾਂਦੇ ਨੇ ਕਸ਼ਹਿਰਾ ਸਾਨੂੰ ਹਨੂਮਾਨ ਕੋਲੋਂ ਮਿਲਿਆ। ਰੱਬੀ ਬਾਣੀ ਵਿੱਚ ਇੱਕ ਬਚਨ ਆਉਂਦਾ, ਕਹਿੰਦੇ ਹਨੂਮਾਨ ਤੇ ਕਸ਼ਹਿਰਾ ਪਹਿਨਦਾ ਹੀ ਨਹੀਂ ਸੀ, ਕਰਮ ਕਰ ਕਸ਼ੌਟੀ ਮਫੀਟ ਸਰੀ। ਖਿਮਾ ਕਰੋ ਜੇ ਅੱਜ ਵਿਸ਼ਾ ਐਸਾ ਮੈਨੂੰ ਗੱਲ ਕਰਨੀ ਪੈ ਰਹੀ, ਮੈਨੂੰ ਯਾਦ ਹੈ ਚੰਗੀ ਤਰ੍ਹਾਂ ਬੱਚੀਆਂ ਬੈਠੀਆਂ ਨੇ, ਪਰ ਲੇਕਿਨ ਉਹ ਤੇ ਖੁਦ ਵੀ ਕਸ਼ਹਿਰਾ ਨਹੀਂ ਪਹਿਨਦਾ, ਇੱਕ ਛੋਟੀ ਕੱਛੀ ਪਹਿਨਦਾ। ਖਿਮਾ ਕਰ ਜੇ ਮੈਂ ਵਾਰ-ਵਾਰ ਬੇਨਤੀ ਕਰਾਂ, ਉਹ ਕਿਵੇਂ ਕਸ਼ਹਿਰਾ ਕਿਸੇ ਨੂੰ ਦੇ ਸਕਦਾ? ਪਤਾ ਨਹੀਂ ਅਸੀਂ ਕਿੱਥੋਂ ਲਿਆ ਕੇ ਗੱਲਾਂ ਸਿੱਖ ਧਰਮ ਨਾਲ ਜੋੜੀ ਜਾਂਦੇ ਆ ਜਿਨ੍ਹਾਂ ਦਾ ਦੂਰ ਤੱਕ ਦਾ ਵੀ ਵਾਸਤਾ ਨਹੀਂ। ਹਜ਼ੂਰ ਨੇ ਕਿਰਪਾ ਕੀਤੀ, ਅੰਮ੍ਰਿਤਮਈ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ ਨੇ, ਕਰਮ ਕਰ ਕਸ਼ੌਟੀ ਮਫੀਟ ਸਰੀ। ਜਿਹੜੀ ਅਰਜ਼ ਕਰਨ ਲੱਗਾ ਸਾਂ, ਸ਼ਿਵਨਾਭ ਰਾਜੇ ਨੂੰ ਭਾਈ ਮਨਸੁਖ ਨੇ ਇੱਕ ਬਚਨ ਆਖਿਆ, ਜੇ ਤੂੰ ਗੁਰੂ ਨੂੰ ਮਿਲਣ ਦੀ ਤਾਂਘ ਰੱਖਦਾ ਨਾ, ਦਿਲੋਂ ਉਹਨੂੰ ਯਾਦ ਕਰੀ, ਗੁਰੂ ਤੈਨੂੰ ਆ ਕੇ ਮਿਲੇਗਾ। ਦਿਲੋਂ ਉਹਨੂੰ ਯਾਦ ਕਰੀ, ਗੁਰੂ ਤੈਨੂੰ ਆ ਕੇ ਮਿਲੇਗਾ। ਅੰਮ੍ਰਿਤ ਬਾਣੀ ਵਿੱਚ ਵੀ ਬਚਨ ਨੇ, ਮੈਂ ਨਾਲ ਦੀ ਨਾਲ ਸਾਂਝੇ ਕਰਦਾ ਜਾਵਾਂ। ਹਜ਼ੂਰ ਆਖਦੇ ਨੇ, ਕਹਿੰਦੇ ਰੱਬ ਨੂੰ ਲੱਭੀ ਨਾ ਰੱਬ ਨੂੰ ਉਡੀਕੀ, ਰੱਬ ਨੂੰ ਲੱਭੀ ਨਾ ਰੱਬ ਨੂੰ ਉਡੀਕ ਕਰੀ। ਪੰਥ ਨਿਹਾਰੇ ਕਾਮਨੀ ਲੋਚਨ ਭਰੀ ਲੈ ਉਸਾਸਾ, ਉਰਨਾ ਭਿੱਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾ। ਕਹਿਣ ਲੱਗੇ ਤੇਰੇ ਅੰਦਰ ਦਰਸ਼ਨਾਂ ਦੀ ਪਿਆਸ ਇਹੋ ਜੀ ਹੋਵੇ, ਤੂੰ ਆਪਣੇ ਘਰ 'ਚ ਬੈਠਾ ਹੀ ਪ੍ਰੀਤ ਪਾਵੇਂ। ਸ਼ਿਵਨਾਭ ਰਾਜੇ ਨੇ ਗੁਰੂ ਦੀ ਉਡੀਕ ਕਰਨੀ ਚਾਹੀ। ਹੁਣ ਰਾਜੇ ਦੀ ਉਸ ਗੱਲ ਦੀ ਕਮਜ਼ੋਰੀ ਵੇਖ ਕੇ ਬਹੁਤਾਤ ਸਾਧ ਸਨ ਜਿਹੜੇ ਅਖੌਤੀ ਨਕਲੀ ਉਸ ਵੇਲੇ ਵੀ ਸਨ, ਤੇ ਉਹਨਾਂ ਨੇ ਜਾ ਕੇ ਸ਼ਿਵਨਾਭ ਦੇ ਬਾਗ ਵਿੱਚ ਜਾ ਕੇ ਡੇਰਾ ਲਾਉਣਾ ਸ਼ੁਰੂ ਕਰ ਦਿੱਤਾ। ਸ਼ਿਵਨਾਭ ਰਾਜੇ ਕੋਲ ਇੱਕੋ ਇੱਕ ਪਰਖ ਹੈ, ਉਹ ਆਪਣੇ ਵੱਲੋਂ ਨੌਜਵਾਨ ਬੱਚੀਆਂ ਨੂੰ ਭੇਜਦਾ ਹੈ, ਉਹਨਾਂ ਦੇ ਸਾਹਮਣੇ ਜਾ ਕੇ ਉਹ ਨਾਚ ਕਰਦੀਆਂ ਨੇ। ਨਾਚ ਇਸ ਢੰਗ ਨਾਲ ਕਰਦੀਆਂ ਨੇ, ਵੱਡੇ ਤੋਂ ਵੱਡੇ ਫਕੀਰ ਦਾ ਆਸਣ ਡੋਲ ਜਾਂਦਾ ਹੈ। ਉਹ ਵਿਕਾਰਾਂ ਦੀ ਦੁਨੀਆ ਦੀ ਚਾਹਤ ਰੱਖਦਾ ਹੈ। ਉਹ ਬੱਚੀਆਂ ਜਾ ਕੇ ਸੁਨੇਹਾ ਦੇ ਦਿੰਦੀਆਂ ਨੇ ਵੀ ਇਹ ਨਹੀਂ ਹੋ ਸਕਦਾ, ਕੋਈ ਪੂਰਨ ਨਹੀਂ ਹੈ ਜਿਹੜਾ ਡੋਲ ਗਿਆ। ਆਖਰਕਾਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਗਏ ਤੇ ਉਹ ਬੱਚੀਆਂ ਇਹਨਾਂ ਦੇ ਸਾਹਮਣੇ ਵੀ ਨੱਚਣ ਵਾਸਤੇ ਆਈਆਂ। ਮੇਰੇ ਹਜ਼ੂਰ ਨੇ ਉਸੇ ਵੇਲੇ ਇੱਕ ਬਚਨ ਬਖਸ਼ਿਸ਼ ਕੀਤਾ, ਗਾਛੋ ਪੁੱਤਰੀ ਰਾਜਕੁਮਾਰ। ਗਾਛੋ ਦਾ ਅਰਥ ਹੁੰਦਾ ਜਾਵੋ।
हे राजकुमार पुत्रियो तुसी जावो, नाम पढ़ो सच दोत सवार, नाम पढ़ो अमृत वेले उठ के। दोत का अर्थ प्रोफेसर साहब सिंह होरां कीता अमृत वेला। कहने लगे आ जिंदगी का अमृत वेला, तुसी बंदगी करके जीवन दे अमृत वेले नूं सवार लवो। बच्चियों प्यो दे अगे इवें नहीं नचीदा, जावो अपने घर नूं, जावो मेरी बच्चियों, तुहानूं जिंदगी रब दा बंदगी निरंकार दा नाम जपण वास्ते मिली है। उन्हां बच्चियां ने जाके जदों शिव नाभ राजे नूं आखिया, अखां विच पानी भर आईयां, कहण लगी सजना जिहदी उड़ीक विच बैठा ना ओ तेरे बागां नूं भाग ला रिहा, जा जाके दर्शन कर ला, पूरा ओ नहीं जे डोलिया। ਉਹਨੇ ਤਾਂ उस अख नाल एक वारी सानू तकिया तक नहीं, ਉਹਦੇ ਵੱਲ जाके देख, ਉਹਦੇ चरणों विच जाके मत्था टेक, तैनूं पूर्ण जिंदगी का सबक मिल जाएगा। शिव नाभ राजा गुरु नानक पातशाह दे चरणों दा सिख हो गया। बेनती कर रहा सा, हजूर ने किरपा की। एक नहीं इहो जिहियां अणगिणत साखियां ने, आपां दूजे पक्ष भी विचारने ने, पर मैं छोटी जी एक बेनती होर कर दियां। कदे ध्यान दे के देखियो, हरी सिंह नलूआ बाहरी तौर ते एक कैंप ला के रह रहे ने, तंबू लग्या होया है। रात का वक्त बचा के एक नौजवान सुंदर बदन की मालक कन्या एक बच्ची मन मैला करके जालमां दी सिखाई होई चलेगी। अगे पहरेदार खलोता है, अमृत वेला हो गया। उन्हें एक बचन आखिया, कहने लगी मैं हरी सिंह नलूए नूं मिलना है। गुरु के सिख ने एक बचन आखे भी इस वेले सरदार रब की बंदगी विच जुड़िया होया है, इस वेले तू नहीं मिल सकती। उन्हें आख्या नहीं मैं मिलांगी, मैं ते सुनिया खालसे दे बूहे अगे कदे भी कोई दुखियारा आके दुख रोंदा है ते ओहदा दुख तुसी दूर कर दिओ। मैं रात बराते इहो जिहे जंगलां दे विच इकल्ली एक जनानी तुहाडे आस तक के आई है खालसे दे दर दी, ते तुसी तां बड़ा बेईमाना कर दिओ, लोकां नूं कहिंदे कुछ होर ते करदे कुछ होर हो, मैनूं मिलावो। हरी सिंह नलूए दे कन्नां विच शब्द पए। उन्हें उसे वेले पहरेदार नूं बचन आखे, कहण लगे भलिया आ जाण दे बच्ची कौन है जेड़े तंबू दे दोहे बूहे उच्चे चुकदे, इहने अग्गेओ पर्दा चुकदे, बच्ची नूं अंदर आ जाण दे कौन है। बच्ची अंदर गई। गुरु के सिख ने अमृतमई बाणी दा पाठ कीता, नितनेम कीता ते उस वेले दर्शन कीते। कहन लगे पहला तो अंतर आत्मा ही ठर गए उस बच्ची दा, पर फिर भी उन्हें एक बचन आखिया। कहन लगी हरी सिंह नलूए तेरियां इस तेगां दी धार दे कारण काबल कंधार तक हिलदियां ने, तेरियां गरजां दे कारण बड़े बड़े राजे महाराजियां दे दिल दहल जांदे ने। ओ सूरमिया मेरे मन विच एक चाहत है मेरी कुख तो तेरे वर्गा पुत्र पैदा होवे। उन्हें एक बचन आखिया हरी सिंह नलूए ने, कहन लगे बच्चीए तेनू पता होना चाहिए मेरे सतगुरु दा हुक्म बड़ा करना है, ते इसलिए मैं ते अपने गुरु दे अपने जान लेखे लाई हुई है, जिंद लेखे लाई हुई है। तेरे मन की मनशा पूरी नहीं हो सकती, तू जा जिवें आई उवें चली जा। उन्हें एक धा मारी अपने वालों फफे कुटनी सी, उन्हें तो अपने कर्म लई, उन्हें तो इतिहास नूं दागी करना सी ना, बस ते गल ते इतनी सी। उत्थे हुण जालमां दी सिखाई आई सी। उन्हें उस वेले पिटना शुरू कर दिता। कहने लगी बड़ी आशा लैके आई सा, सिखां दे बूहे तो कदे कोई खालसे दे बूहे तो कदे कोई गुरु नानक साहब दे बूहे तो कदे कोई खाली नहीं मुड़दा, ते तू मैं अज तेरे दरवाजे तो धन गुरु नानक पातशाह मैं खाली मुड़ के चली है। जदों कहंदी होई मैं वापस जा रही है, हरी सिंह नलूए ने आवाज मारी। कहन लगे तू मैनू कुछ भी कह लै, मेरे नाल दे सिखां नूं कुछ भी कह लै, पर वास्ता जी मेरे गुरु अगे इहो जिहियां गल्लां ना कर, मेरे गुरु दी गल मेरे कोल सही नहीं जानी। उन्हें आख्या फिर मैं झोली खाली लेके चली है। हरी सिंह ने आवाज मार ली, कहन लगे आजा तेनू खाली झोली नहीं मोड़ांगा। उहदे मन विच विचार बनी शायद मैं इतिहास नूं दागी कर दांगी। जदों कोल आई, बच्ची दी उम्र बहुत छोटी है, हरी सिंह नलूए दी उम्र बहुत वडेरी है। उन्हें उहदे चरनी हथ ला के कह दिता, कहने मेरे वर्गा पुत चाहुंदी है ना, अज तो बाद हरी सिंह नलूआ तेरा पुत है, मैं तेनू मां कह के बुलाया करांगा। उहदे नेत्र नीवें हो गए। उन्हें उस वेले हथ जोड़े, कहन लगे जेड़े गुरु दा तू सिख है ना ओ गुरु नू कोई जित सकिया, ना सजना तेनू कोई जित सकेगा। एक सिख दी मैं छोटी जी बेनती होर करना चाहना, शायद आपनू पता होवे भाई मनी सिंह दे 10 पुत्रां विचों 5 पुत भाई मनी सिंह होरां दे चमकौर दी गढ़ी तक शहीद हो जांदे ने।
ਉਹਨਾਂ ਵਿੱਚੋਂ ਭਾਈ ਉਦੈ ਸਿੰਘ ਸ਼ਾਹੀ ਟਿੱਬੀ ਤੇ ਭਾਈ ਬਚਿੱਤਰ ਸਿੰਘ ਮਲਕਪੁਰ ਰੰਗੜਾ ਇੱਥੇ ਆਉਂਦਿਆਂ ਹੋਇਆਂ 100 ਸਿੱਖੇ ਦੇ ਨਾਲ ਨੇ। ਆਉਂਦਿਆਂ ਹੋਇਆਂ ਜੰਗ ਦੇ ਵਿੱਚ ਇਹ ਬਹੁਤ ਸਖਤ ਜ਼ਖਮੀ ਹੋ ਗਏ। ਇੱਥੋਂ ਤੱਕ ਨਾ ਘੋੜੇ ਦਾ ਪਤਾ ਨਾ ਜੋੜੇ ਦਾ ਪਤਾ, ਬੇਹੋਸ਼ੀ ਦੀ ਹਾਲਤ ਵਿੱਚ ਥੱਲੇ ਡਿੱਗੇ ਪਏ ਨੇ। ਪਿੱਛੋਂ ਬਾਬਾ ਅਜੀਤ ਸਿੰਘ ਇਹ ਅਤੇ ਭਾਈ ਮਦਨ ਸਿੰਘ ਇਹ ਇਤਿਹਾਦਕ ਗੁਰੂ ਕੇ ਸਿੱਖ ਆਏ। ਇਹਨਾਂ ਨੇ ਦੇਖਿਆ ਭਾਈ ਬਚਿੱਤਰ ਸਿੰਘ ਜੀ ਹੋਰਾਂ ਨੂੰ ਤੇ ਇਹਨਾਂ ਨੇ ਚੁੱਕ ਕੇ ਲੈ ਕੇ ਚਲੇ ਗਏ ਕੋਟਲਾ ਨਿਹੰਗ। ਉਹਦਾ ਨਾਂ ਨਿਹੰਗ ਖਾਨ ਹੈ, ਕੋਟਲਾ ਨਗਰ ਦਾ ਨਾਂ ਹੈ। ਉਹ ਮੁਸਲਮਾਨ ਸੀ, ਯਾਦ ਰੱਖੋ ਜੇ ਕਈ ਵਾਰੀ ਨਿਹੰਗ ਤੋਂ ਅਸੀਂ ਨਾਂ ਤੋਂ ਭੁਲੇਖਾ ਖਾ ਜਾਂਦੇ। ਮੁਸਲਮਾਨ ਹੈ। ਇਹਨੇ 2 ਜਵਾਈ ਜ਼ਿਕਰ ਕੀਤਾ ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ, ਭਈ ਜਿਹੜੇ ਗਨੀ ਖਾਨ ਤੇ ਨਬੀ ਖਾਨ ਸਨ ਇਹਦੇ ਜਵਾਈ ਸਨ। ਇਹ ਗੁਰੂ ਘਰ ਦਾ ਸ਼ਰਧਾਲੂ ਹੈ। ਇਹਦੇ ਘਰ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਵੀ ਆਏ ਅਤੇ ਇਹਦੇ ਘਰ ਹੀ ਭਾਈ ਬਚਿੱਤਰ ਸਿੰਘ ਨੂੰ ਚੁੱਕ ਕੇ ਲੈ ਕੇ ਆ ਗਏ। ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਨਿਕਲ ਗਏ, ਉੱਥੋਂ ਚਲੇ ਗਏ ਕਿਉਂਕਿ ਉੱਥੇ ਫੌਜਾਂ ਨੇ ਘੇਰਾ ਪਾ ਲਿਆ। ਤੇ ਜਦੋਂ ਉਹਨਾਂ ਨੇ ਘੇਰਾ ਪਾਇਆ ਆ ਕੇ ਤਲਾਸ਼ੀ ਕਰਨੀ ਚਾਹੀ ਤਾਂ ਉਸ ਵੇਲੇ ਗੁਰੂ ਕੇ ਸਿੱਖ ਨਿਹੰਗ ਖਾਨ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਇਸ ਕਮਰੇ ਦੇ ਵਿੱਚ, ਉੱਥੇ ਭਾਈ ਬਚਿੱਤਰ ਸਿੰਘ ਸੀ, ਬੇਹੋਸ਼ੀ ਦੀ ਹਾਲਤ ਵਿੱਚ ਪਿਆ। ਉਹਦੇ ਬਦਨ ਤੋਂ ਸਰੀਰ ਤੋਂ ਚੋਲਾ ਲਾਇਆ ਹੋਇਆ ਤੇ ਉਹਦੀ ਬੱਚੀ ਦਾ ਨਾਂ ਹੈ ਮੁਮਤਾਜ। ਇਹ ਬੱਸੀ ਪਠਾਣਾ ਮੰਗੀ ਹੋਈ ਹੈ ਕਿਸੇ ਮੁਸਲਮਾਨ ਨੂੰ। ਉਹ ਬੱਚੀ ਉਸ ਵੇਲੇ ਉਹਦੇ ਸਰੀਰ ਤੋਂ ਜ਼ਖਮਾਂ ਦੇ ਉੱਤੇ ਕੋਸ਼ਿਸ਼ ਕਰ ਰਹੀ ਹੈ ਉਹਨੂੰ ਧੋਣ ਦੀ। ਤਾਂ ਉਸ ਵੇਲੇ ਜਦੋਂ ਉਹਨਾਂ ਨਾ ਮੰਨਿਆ, ਕਹਿਣ ਲੱਗੇ ਨਹੀਂ ਅਸੀਂ ਇਸ ਦਰਵਾਜ਼ੇ ਦੀ ਵੀ ਤਲਾਸ਼ੀ ਲੈਣੀ ਹੈ। ਉਹਨਾਂ ਥੋੜਾ ਜਿਹਾ ਦਰਵਾਜ਼ਾ ਖੋਲ ਕੇ ਦੇਖਿਆ, ਭਾਈ ਬਚਿੱਤਰ ਸਿੰਘ ਹੋਰੀ ਮੁੱਧੇ ਪਏ ਨੇ ਤੇ ਉਹਨਾਂ ਦੇ ਸਰੀਰ ਦੇ ਉੱਤੇ ਕੋਈ ਬਸਤਰ ਨਹੀਂ ਹੈ। ਇੱਕ ਨੌਜਵਾਨ ਬੱਚੀ ਉਹਨਾਂ ਦੇ ਸਰੀਰ ਨੂੰ ਸਾਫ਼ ਕਰ ਰਹੀ ਹੈ। ਉਹਨਾਂ ਵੇਖ ਲਿਆ ਵੀ ਸ਼ਾਇਦ ਇੱਥੇ ਧੀ ਜਵਾਈ ਨੇ। ਉਹਨਾਂ ਉਸੇ ਵੇਲੇ ਬੂਹਾ ਬੰਦ ਕਰ ਦਿੱਤਾ। ਭਾਈ ਬਚਿੱਤਰ ਸਿੰਘ ਦੇ ਚੰਦ ਸਵਾਸ ਰਹਿੰਦੇ ਸਨ, ਉਹਨੇ ਉੱਥੇ ਪੂਰੇ ਕਰ ਲਏ। ਸਵਾਸ ਪੂਰੇ ਹੋ ਗਏ। ਉਸੇ ਵੇਲੇ ਗਰਸਾ ਸਿੰਘ ਨਾਂ ਦੇ ਬੰਦੇ ਨੇ ਉਸ ਭਾਈ ਬਚਿੱਤਰ ਸਿੰਘ ਹੋਰਾਂ ਦਾ ਕੋਟਲਾ ਨਿਹੰਗ ਦੇ ਵਿੱਚ ਹੀ ਸੰਸਕਾਰ ਕਰ ਦਿੱਤਾ। ਪਰ ਅੱਜ ਉਹ ਬੱਚੀ ਮੁਮਤਾਜ ਆਪਣੇ ਪਿਤਾ ਅੱਗੇ ਝੋਲੀ ਅੱਡ ਕੇ ਖਲੋਗੀ, ਕਹਿਣ ਲੱਗੀ ਪਿਤਾ ਤੇਰੀ ਗੋਦ ਵਿੱਚ ਪਲ ਕੇ ਜਵਾਨ ਹੋਈ ਹੈ, ਤੇਰੇ ਕੋਲ ਜੀਵਨ ਦਾ ਕੋਈ ਪਰਦਾ ਨਹੀਂ, ਇੱਕ ਦਿਨ ਵੀ ਮਨ ਵਿੱਚ ਮਾੜਾ ਖਿਆਲ ਨਹੀਂ ਜੇ ਆਉਣ ਦਿੱਤਾ, ਇਸੇ ਸਤਿਗੁਰੂ ਦੀ ਕਿਰਪਾ ਨੇ। ਇੱਕ ਦਿਨ ਵਿੱਚ ਵੀ ਮਾੜਾ ਖਿਆਲ ਨਹੀਂ ਜੇ ਆਉਣ ਦਿੱਤਾ, ਸਤਿਗੁਰੂ ਦੀ ਕਿਰਪਾ ਨੇ। ਪਰ ਅੱਜ ਮੈਂ ਨਹੀਂ, ਭਾਵੇਂ ਮੈਂ ਸਿੱਖ ਦੇ ਸਰੀਰ ਨੂੰ ਵੀ ਟੱਚ ਕਰਦੀ ਰਹੀ ਹੈ, ਪਰ ਮੈਂ ਮਨ ਮੈਲਾ ਨਹੀਂ ਸੀ ਕੀਤਾ। ਪਿਤਾ ਆਪਣੀ ਜ਼ੁਬਾਨੋਂ ਆਪਣੀ ਧੀ ਦਾ ਰਿਸ਼ਤਾ ਏਡੇ ਵੱਡੇ ਮਹਾਨ ਸਿੱਖ ਨਾਲ ਜੋੜਨ ਵਾਲੇ ਆ। ਅੱਜ ਤੇਰੀ ਧੀ ਤੇਰੇ ਦਰ ਤੇ ਇੱਕ ਪੱਲਾ ਅੱਡ ਕੇ ਮੰਗਦੀ ਹੈ। ਉਹ ਏਡੇ ਵੱਡੇ ਮਹਾਨ ਸ਼ਹੀਦ ਦੀ ਪਤਨੀ ਬਣਾਉਣ ਤੋਂ ਬਾਅਦ ਮੈਨੂੰ ਹੁਣ ਤੂੰ ਇਹਨਾਂ ਮੁਸਲਮਾਨਾਂ ਦੇ ਬੂਹੇ ਤੇ ਨਾ ਰੋਲੀ। ਮੈਂ ਤੇਰੇ ਨਾਲ ਵਾਅਦਾ ਕਰਨੀ ਹੈ, ਜਿਤਨਾ ਵੀ ਮੈਨੂੰ ਨੇੜੇ ਬੈਠਣ ਦਾ ਮੌਕਾ ਮਿਲਿਆ, ਮੈਨੂੰ ਪੂਰਨ ਆਸ ਹੈ ਮੇਰਾ ਜੀਵਨ ਇਤਨਾ ਸ਼ਾਂਤ ਹੋ ਗਿਆ, ਮੈਂ ਤੇਰੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੀ। ਔਰ ਮੁਮਤਾਜ ਦੀ ਅੱਜ ਵੀ ਥਾਂ ਬਣੀ ਹੋਈ ਹੈ ਕੋਟਲਾ ਨਿਹੰਗ ਦੇ ਵਿੱਚ। ਸਿੱਖ ਦੇ ਕੋਲ ਬੈਠ ਕੇ ਵੀ ਬੱਚੀ ਦਾ ਜੀਵਨ ਇਤਨਾ ਸ਼ਾਂਤ ਹੋ ਗਿਆ, ਕੁਆਰੀ ਨੇ ਜ਼ਿੰਦਗੀ ਕੱਢ ਦਿੱਤੀ, ਉਹਦਾ ਜੀਵਨ ਇੱਕ ਦਿਨ ਵੀ ਮੈਲਾ ਨਹੀਂ ਹੋਇਆ। ਸਾਹਿਬ ਆਖਦੇ ਨੇ, ਕਹਿੰਦੇ ਦੁਨੀਆਦਾਰ ਬਹੁਤ ਕੁਝ ਤਿਆਗੀ ਫਿਰਦੇ ਨੇ, ਮੈਂ ਤੈਨੂੰ ਇਸ ਗੱਲ ਦਾ ਤਿਆਗ ਨਹੀਂ ਕਵਾਂਗਾ। ਲੋਕ ਗ੍ਰਸਤ ਨੂੰ ਤਿਆਗ ਜਾਂਦੇ ਨੇ, ਧੀਆਂ ਪੁੱਤਰਾਂ ਨੂੰ ਤਿਆਗ ਜਾਂਦੇ ਨੇ। ਕਹਿਣ ਲੱਗੇ ਨਹੀਂ ਓਏ ਭਲਿਆ, ਮੈਂ ਤੇ ਜਦੋਂ ਲੋਕਾਂ ਦੀ ਹਾਲਤ ਵੇਖਦਾ, ਹਾਥ ਕਮੰਡਲ ਕਾਪੜੀ ਵਾਲੇ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ। ਕਹਿਣ ਲੱਗੇ ਦੁਨੀਆਦਾਰ ਇੱਥੋਂ ਛੱਡ ਕੇ ਚਲੇ ਗਏ ਤੇ ਬਾਹਰ ਜਾ ਕੇ ਜੰਗਲਾਂ ਵਿੱਚ ਜਿਹੜੇ ਕਰਮ ਕਰਨ ਤੋਂ ਵਰਜਣਾ ਸੀ, ਦੇਸ਼ ਛੋੜ ਪਰਦੇਸ਼ਾਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਜੋ ਕੁਝ ਕਰਨਾ ਸਤਿਗੁਰੂ ਜੀ ਦਾ ਅੰਮ੍ਰਿਤ ਬਚਨ ਇੱਕ ਵਾਰੀ ਮੈਂ ਫੇਰ ਕਹਿਣਾ ਚਾਹੁੰਦਾ, ਗ੍ਰਹਿ ਤਜ ਬਨ ਖੰਡ ਜਾਈਏ। ਗ੍ਰਹਿ ਤਜ ਘਰ ਨੂੰ ਤਿਆਗ ਕੇ ਬਨ ਖੰਡ ਜਾਈਏ, ਤੂੰ ਜੰਗਲਾਂ ਵਿੱਚ ਚਲੇ ਜਾਣਾ। ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਦਾ, ਆਪਣੇ ਆਪ ਚੰਗੀਆਂ ਖੁਰਾਕ ਵੀ ਨਹੀਂ ਖਾਂਦਾ। ਕੰਦਾ ਦਾ ਅਰਥ ਹੁੰਦਾ ਜੜਾਂ ਫਰੋਲ ਕੇ ਖਾਣਾ। ਪਰ ਮੈਂ ਤੈਨੂੰ ਇੱਕ ਗੱਲ ਪੁੱਛਾਂ, ਜਿਹੜੇ ਕਾਰਨ ਕਰਕੇ ਤੂੰ ਇੰਨੇ ਦੁੱਖ ਝੱਲੇ ਸਨ, ਜਦੋਂ ਮੈਂ ਤੇਰੇ ਅੰਦਰ ਝਾਤ ਮਾਰਨੇ ਗੱਲ ਤੇ ਉੱਥੀ ਖਲੋਤੀ ਹੈ। ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਦਾ, ਅਜੋਂ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਸੱਜਣਾ ਤੇਰਾ ਮਨ ਤੇ ਵਿਕਾਰਾਂ ਵੱਲੋਂ ਹਜੇ ਤੱਕ ਨਹੀਂ ਮਨੁੱਕਰ ਹੋਇਆ, ਤੇ ਗੁਰੂ ਦੇ ਚਰਨਾਂ ਵਿੱਚ ਜੁੜ, ਗੁਰੂ ਦੇ ਦਰ ਤੇ ਜੁੜ। ਇੱਕ ਬੇਨਤੀ ਇੱਥੇ ਹੋਰ ਕਰਦੇ ਹਾਂ, ਸੁਭਾਗ ਹੈ ਆਪਣੀ ਜ਼ਿੰਦਗੀ ਦੇ ਅੰਦਰ ਕਈ ਸ਼ਤਾਬਦੀਆਂ ਆਈਆਂ ਨੇ, ਇਹ ਗੱਲ ਵੱਖਰੀ ਹੈ। ਆਉਣ ਵਾਲਾ ਇਤਿਹਾਸ
सानू बड़े लहू दे अथरू रो रो के पढ़ेगा, विद्यार्थी इतिहास का लहू दे अथरू रो के पढ़ेगा भी तुहाडे कोल सब कुछ सी, शताब्दियां तुसीं मना नहीं सके, कदे कोई लड़ाई छिड़ जाती है, कदे कोई लड़ाई छिड़ जाती, हर शताब्दी असीं एक छोटी जी लड़ाई विच गुजार के तुर जाने हैं, समा अपनी टुर जाता है। जिहड़ी बेनती करन लगा समय गल लंबी ना करा, शताब्दी आ रही है धन गुरु ग्रंथ साहिब सच्चे पिता जी महाराज दी गुरगद्दी दिवस 1708 दे विच 6 ਅਤੇ 7 अक्तूबर की रात नूं हजूर गुरु गोबिंद सिंह सच्चे पातशाह जी महाराज ने भाई दया सिंह जी कोलों प्रकाश करवा के ते गुरियाई दी दात धन गुरु ग्रंथ साहिब महाराज जी नूं बख्शिश कीती सी। ਉਹ 1708 ਤੋਂ ਲੈ ਕੇ 300 ਸਾਲ ਵਿੱਚ ਹੋਰ ਪਾ ਲਈਏ 2008 ਆ ਗਿਆ ਤੇ ਇਹ ਸਤੰਬਰ ਦੇ ਮਹੀਨੇ ਪਹਿਲੀ ਤਰੀਕ ਨੂੰ ਸ਼ਤਾਬਦੀ ਆ ਰਹੀ ਹੈ। ਮੈਂ ਉਹਨ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚਰਨਾਂ ਵਿੱਚ, ਦੁਨੀਆ ਵਿੱਚ ਮਨੁੱਖਤਾ ਵਿੱਚ ਭਟਕਣਾ ਦੇ 3 ਕਾਰਨ ਮੰਨੇ ਨੇ। ਜਾਂ ਤੇ ਦੁਨੀਆ ਦਾਮ ਦੇ ਕਾਰਨ ਭਟਕਦੀ ਹੈ, ਜਾਂ ਦੁਨੀਆ ਕਾਮ ਦੇ ਕਾਰਨ ਭਟਕਦੀ ਹੈ, ਜਾਂ ਦੁਨੀਆ ਨਾਮ ਦੇ ਕਾਰਨ ਭਟਕਦੀ ਹੈ। ਬਸ 3 ਹੀ ਕਾਰਨ ਨੇ। एक बार मैं फिर दोहरा दिया, या दाम दे कारण, या नाम दे कारण, या काम दे कारण। बस 3 ही कारण ने दुनिया विच भटकणा दे। दूजे शब्दां विच कहदे आ, या ते दुनिया कमली होई है माया दी खातर, या दुनिया कमली होई है काया दी खातर, या माया दी खातर या काया दी खातर। इन्हां 2 कारणा करके संसार भटकदा फिरदा है। ये दुनियावी 2 कारण ने। तीजा कारण है जम्मण मरदी भटकणा विच फिरदा जीव। सतगुरु गुरु ग्रंथ साहिब महाराज जी ने जिहड़ियां 3 वस्तुआं रखियां ने ना, यकीन जाणिओ 3 तरह दी भटकणा दूर करदियां ने। थाल विच 3 वस्तु पईओ, सत तेरे काम दी अवस्था नूं पवित्र कर देगा। संतोख तेनू नाम दी माया दी भटकणा तो मुक्त कर देगा। ना गुरु का सिख जिन्हें बाणी पढ़ी है वह काया ली भटकेगा, ना ही गुरु का सिख कदे माया ली भटकेगा, ना गुरु का सिख कदे दाम ली भटकेगा, ना गुरु का सिख कदे चाम ली भटकेगा। वह कदे भी नहीं भटकेगा, वह काम ਲਈ भी नहीं भटकदा, वह दाम ਲਈ भी नहीं भटकदा, वह मालिक दे चरनां विच जुड़दा है, उन गुरु दर ते भरोसा है। थाल विच 3 वस्तु पईओ, सत संतोख विचारो, अमृत नाम ठाकुर का पयो, जिसका सबस आधारो। नाम रूप दात है जिहड़ी इहनूं जम्मण मरण दी भटकणा तो मुक्त करके परमेश्वर दी राह दा पांधी बनाउंदी है। एक नहीं, इहो जिहियां अणगिणत साखियां ने। मैं गल बहुती होर लंबी नहीं करना चाहुंदा, शायद आप नूं पता होवे नूर जहां मेहर नुसा इहदा पहला नां है। ग्यास नां दे मुसलमान दी धी सी। ये 1591 दे विच जमी है, 1611 दे विच ब्याही गई। इहदे पति अफगान खान नूं जहांगीर ने ब्याही होई नूं याद रखियो जे, ये ब्याही होई सी। जहांगीर ने इहनूं इहदे पति नूं मरवा के इहनूं अपने घर वसाया ते इहनूं मेहर नुसा तो बदल के नूर जहां रखिया। ये विकारां दी दुनिया विच अन्ने होए लोगां दी गल है। छोटी जी एक बेनती होर करदे हां। बंगलादेश जदों बणिया, जगजीत सिंह अरोड़ा जिन्हां ने उस वेले हथियार सटाए सन, तां उस वेले जदों वो बच्चियां कुछ सताइयां हुईयां जालमां दियां, मोर्चियां विचों निरवस्त्र, मोर्चियां विचों नग्न अवस्था विचों भज के जगजीत सिंह वाल आईयां। पर इन्हां दरिंदियां ने साडी जिंदगी पाप तो भी बदतर करके रख दित्ती है। जदों उहदे वाल भज के आईयां बच्चियां, भावें उहनां दे वस्त्र कोई नहीं सी पाया होया, जगजीत सिंह दी अखां विच पानी आ गया। कहंदे गुरु कलगीधर पिता, मैनूं अज पता लग्या तेरे दित्ते होए बाणे ते लोक किन्ना कु भरोसा करदे ने। इन्हां नूं अपने फौजियां दे उत्ते उन्ना इतबार नहीं जिन्ना तेरे सिख दी दाढ़ी ते दस्तार देख के इन्हां नूं विश्वास हो गया। आ गुरु का सिख साडे जीवन नूं कदे मैला नहीं जे होण देवेगा। बेनती कर रहा सा, सतगुरु ने कृपा की, अमृत बचन बख्शिश कीते ने। त्यागना त्यागन निका काम क्रोध। दूजी गल करनी चाहना, एक गल चेता रखियो जे, फौज का मुखिया जिहड़ा हुंदा ना वो हमेशा ही बलवान हुंदा है। बिना बहादुरी तो कोई उन्हें मगर फौज नहीं जे लगदी। काम है ना जिहड़ा वो विकारां दी फौज का मुखिया है, बहुत जबरदस्त इहदी पकड़ है। ये ते गुरु कृपा करे मनुख का जीवन बचिया रहे इस पक्षों।
ਆਪਾਂ ਅਖੀਰ 'ਚ ਜਾ ਕੇ ਬੇਨਤੀ ਕਰਾਂਗੇ, ਮੈਂ ਗੱਲ ਅੱਗੇ ਤੋਰਨੀ ਚਾਹੁੰਦਾ। ਦੂਜਾ ਵਿਕਾਰ ਹੈ ਕ੍ਰੋਧ। ਕ੍ਰੋਧ ਵੀ ਇੱਕ ਅਜਿਹਾ ਚੰਡਾਲ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ ਨੇ, ਕਹਿਣ ਲੱਗੇ ਭਲਿਆ ਪੁਰਖਾ, ਤੇਰੇ ਜੀਵਨ ਅੰਦਰ ਉਜਾੜਾ ਪਾਉਣ ਵਾਲਾ ਜਿਤਨੇ ਲੋਕ ਜੇਲਾਂ ਵਿੱਚ ਬੈਠੇ ਨੇ, ਪਛਤਾਉਂਦੇ ਨੇ, ਤੇ ਉਹਨਾਂ ਵਿੱਚੋਂ ਬਹੁਤੇ ਲੋਕਾਂ ਦੀਆਂ ਕਹਾਣੀਆਂ ਸੁਣੀਏ, ਬਸ ਉਹ ਜਿਹੜੇ ਕ੍ਰੋਧ ਉੱਤੇ ਕਾਬੂ ਨਹੀਂ ਪਾ ਸਕੇ, ਕ੍ਰੋਧ ਦੇ ਉੱਤੇ ਕਾਬੂ ਨਹੀਂ ਪਾ ਸਕੇ। ਬਸ ਗੱਲ ਇਤਨੀ ਸੀ। ਉਹ ਘੜੀ ਪਲ ਕਿਤੇ ਕ੍ਰੋਧ ਨੂੰ ਸਾਂਭ ਲੈਂਦੇ, ਜ਼ਿੰਦਗੀ ਦਾ ਫਲ ਬੜਾ ਮਿੱਠਾ ਮਿਲਣਾ ਸੀ ਉਹਨਾਂ ਨੂੰ, ਪਰ ਉਹ ਸਾਂਭ ਨਾ ਸਕੇ। ਹੁਣ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਦੇਖੋ ਬਚਨ ਕਿੱਡਾ ਵੱਡਾ ਪਿਆਰਾ ਬਖਸ਼ਿਆ। ਅਕਸਰ ਜਿਹਦੇ ਵਿੱਚ ਬੁਰਾਈ ਹੋਵੇ, ਜਿਹੜੀ ਸਾਨੂੰ ਗੱਲ ਨਾ ਪਸੰਦ ਹੋਵੇ, ਉਹਨੂੰ ਦੇਖ ਕੇ ਸਾਨੂੰ ਕ੍ਰੋਧ ਆਉਂਦਾ ਹੈ। ਪਰ ਮੇਰੇ ਪਾਤਸ਼ਾਹ ਪਤਾ ਕੀ ਆਖਦੇ ਨੇ? ਕਹਿੰਦੇ ਸੱਜਣਾ ਨਹੀਂ, ਜਿਹਦੇ ਵਿੱਚ ਉਹ ਮਾੜਾਪਣ ਹੈ, ਜਿਹਦੇ ਵਿੱਚ ਉਹ ਬੁਰਾਈਆਂ ਨੇ, ਉਹਦੇ ਵੱਲ ਵੇਖ ਕੇ ਤੂੰ ਕ੍ਰੋਧ ਨਹੀਂ ਕਰਨਾ। ਸਤਿਗੁਰੂ ਮੈਂ ਕਿਨਾਰਾ ਕਰ ਲਾਂਗਾ, ਸਾਹਿਬ ਕਹਿੰਦੇ ਕਿਨਾਰਾ ਵੀ ਨਹੀਂ ਕਰਨਾ। ਸਤਿਗੁਰੂ ਮੈਂ ਉਹਦੇ ਬਾਰੇ ਚ ਭਲਾ ਸੋਚ ਲਾਂਗਾ, ਹਜ਼ੂਰ ਕਹਿੰਦੇ ਭਲਾ ਸੋਚਣਾ ਵੀ ਨਹੀਂ ਹੈ। ਸਾਹਿਬ ਜੀ ਮੈਂ ਉਹਦੇ ਬਾਰੇ ਵਿੱਚ ਕੁਝ ਵੀ ਨਹੀਂ ਕਵਾਂਗਾ, ਕਹਿੰਦੇ ਨਹੀਂ ਓਏ ਭਲਿਆ, ਉਹਦਾ ਭਲਾ ਤੂੰ ਕਰਨਾ ਹੈ, ਉਹਦਾ ਭਲਾ ਸੋਚਣਾ ਨਹੀਂ, ਉਹਦਾ ਭਲਾ ਮੰਗਣਾ ਨਹੀਂ, ਤੂੰ ਉਹਦਾ ਭਲਾ ਕਰਨਾ ਹੈ। ਜਿਹੜਾ ਬੁਰਾ ਦਿਸਦਾ ਨਾ, ਜਿਹਦੇ ਨਾਲ ਤੇਰੀ ਕੋਈ ਜੀਵਨ ਦੀ ਸਾਂਝ ਨਹੀਂ, ਅਸੀਂ ਗੱਲਾਂ ਤੇ ਕਰਨੇ ਆ ਪਿਆਰ ਵਾਲਿਓ। ਜੇ ਕਿਤੇ ਇਹ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਅਸੀਂ ਪੱਲੇ ਬੰਨ ਲਈਏ ਨਾ, ਯਕੀਨ ਜਾਣਿਓ ਅੱਜ ਕੋਈ ਗੁਰਦੁਆਰਾ ਪਿਆਰ ਕਰਕੇ ਤਾਂ ਸਾਡੇ ਵਿੱਚੋਂ ਵੱਖਰਾ ਹੋਵੇ, ਪਰ ਹੰਕਾਰ ਕਰਕੇ ਕਦੇ ਕੋਈ ਵੱਖਰਾ ਨਹੀਂ ਹੋਏਗਾ। ਪਰ ਅਸੀਂ ਕ੍ਰੋਧ ਨੂੰ ਮੰਨਦੇ ਹੀ ਨਹੀਂ। ਇਸ ਗੱਲ ਨੂੰ ਤਾਂ ਕਿਸੇ ਦੀ ਗੱਲ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਬੁਰੇ ਦਾ ਭਲਾ ਕਰਨਾ ਤਾਂ ਦੂਰ ਦੀ ਗੱਲ ਰਹੀ, ਅਸੀਂ ਆਪਣਿਆਂ ਦਾ ਭਲਾ ਕਰਨ ਨੂੰ ਰਾਜੀ ਨਹੀਂ। ਫਰੀਦਾ ਬੁਰੇ ਦਾ ਭਲਾ ਕਰ। ਭਲਾ ਮੰਗਣ ਵਾਲੇ ਵੀ ਬਥੇਰੇ ਹੋ ਸਕਦੇ ਨੇ, ਭਲਾ ਸੋਚਣ ਵਾਲੇ ਵੀ ਬਥੇਰੇ ਹੋ ਸਕਦੇ ਨੇ। ਹੈ ਵੀ ਬੁਰਾ, ਉਹਨੇ ਤੇਰੇ ਨਾਲ ਚੰਗਿਆਈ ਨਹੀਂ ਕਰਨੀ, ਲੇਕਿਨ ਮੈਂ ਤੇਰੇ ਕੋਲ ਆਸ ਰੱਖਣਾ, ਤੂੰ ਕ੍ਰੋਧ ਦੀ ਅਵਸਥਾ ਤੋਂ ਤਾਂ ਮੁਕਤ ਹੋ ਸਕਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਤੇਰੀ ਜ਼ਿੰਦਗੀ ਪਵਿੱਤਰ ਹੋ ਜਾਏਗੀ ਜਿਸ ਦਿਨ ਕ੍ਰੋਧ ਦੇ ਇਸ ਅਵਸਥਾ ਤੋਂ ਉੱਚਾ ਉੱਠ ਗਿਆ। ਕਿਉਂਕਿ ਇਹਨਾਂ ਵਿਕਾਰਾਂ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਜਾਂ ਅੰਮ੍ਰਿਤ ਬਾਣੀ ਦਾ ਬਚਨ ਹੈ, ਅਵਰ ਪਾਂਚ ਹਮ ਏਕ ਜਨਾ, ਕਿਉਂ ਰਾਖੈ ਕਰ ਬਾਰ ਮਨਾ। ਮਾਰੈ ਲੂਟੈ ਨੀਤ ਨੀਤ ਕਿਛ ਆਗੈ, ਕਰੀ ਪੁਕਾਰ ਜਨਾ। ਕੁਝ ਕੁ ਇਤਿਹਾਸ ਵਿੱਚੋਂ ਫਿਰ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹੁੰਦਾ। ਐਸੇ ਐਸੇ ਸੰਕੇਤ ਪਏ ਨੇ ਇਤਿਹਾਸ ਵਿੱਚੋਂ, ਪਰ ਅਸੀਂ ਕਦੇ ਸਮਝ ਨਹੀਂ ਪਾ ਰਹੇ। ਦੇਖੋ, ਜਿਹਦੇ ਪਿਓ ਨੂੰ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਜੀ ਮਹਾਰਾਜ ਨੂੰ ਨਿਰਦੋਸ਼ ਜ਼ਿੰਦਗੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ। ਕੇਵਲ ਤਤੀ ਤਵੀ ਤੇ ਨਹੀਂ, ਸ਼ੀਸ਼ ਤੇ ਉਬਲਦੀ ਰੇਤ ਪਾ ਦਿੱਤੀ। ਕੇਵਲ ਉਬਲਦੀ ਰੇਤ ਨਹੀਂ, ਉਬਲਦੀ ਦੇਗ ਵਿੱਚ ਉਬਾਲ ਦਿੱਤਾ। ਉਬਲਦੀ ਦੇਗ ਵਿੱਚ ਹੀ ਨਹੀਂ, ਬਲਕਿ ਰੋੜੇ ਉਸ ਨੂੰ ਬੰਨ ਕੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਦਰਿਆ ਦੇ ਵਿੱਚ, ਰਾਵੀ ਦਰਿਆ ਵਿੱਚ ਰੋੜ ਦਿੱਤਾ। ਜ਼ਿਕਰ ਕੀਤਾ ਬਕਾਇਦਾ ਰਤਨ ਸਿੰਘ ਭੰਗੂ ਨੇ, ਕੀ ਗੁਰੂ ਅਰਜਨ ਦਰਿਆਈ ਨਾ ਬੋੜਿਓ, ਕੀ ਗੁਰੂ ਤੇਗ ਬਹਾਦਰ ਸ਼ੀਸ਼ ਨਾ ਫੋੜਿਓ। ਇਹਦਾ ਮਤਲਬ ਉਹਨਾਂ ਨੇ ਰੋੜਿਆ। ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਂ, 1595 ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। 1606 ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ। 11 ਸਾਲ ਦੀ ਉਮਰ ਹੈ। 11 ਸਾਲਾਂ ਦੀ ਉਮਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਖਤ ਤੇ ਬੈਠਦੇ ਨੇ। ਹੁਣ ਜਿਹਦੇ ਪਿਓ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਹੋਵੇ, ਐਸ ਉਮਰ ਦੇ ਵਿੱਚ ਸਿੱਖ ਇੱਕ ਗੱਲ ਪੁੱਛਦੇ ਨੇ, ਸਤਿਗੁਰੂ ਸਾਨੂੰ ਹੁਕਮ ਕਰੋ। ਪੁੱਛਿਆ ਤਾਂ ਸਾਈਂ ਮੀਆਂ ਮੀਰ ਨੇ ਵੀ ਸੀ, ਵੀ ਸਾਨੂੰ ਹੁਕਮ ਕਰੋ ਅਸੀਂ ਇੱਟ ਨਾਲ ਇੱਟ ਖੜਕਾ ਦਈਏ ਇਸ ਲਾਹੌਰ ਦੀ। ਪਰ ਉਦੋਂ ਸਾਈਂ ਮੀਆਂ ਮੀਰ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਹੁਕਮ ਨਹੀਂ ਦਿੱਤਾ। ਉਦੋਂ ਚਲੋ ਉਸ ਅਵਸਥਾ ਵਿੱਚ ਹੋ ਗਈ, ਪਰ ਸਾਨੂੰ ਅੱਜ ਹੁਕਮ ਕਰੋ ਅਸੀਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਈਏ। ਸਾਹਿਬ ਕਹਿਣ ਲੱਗੇ, ਹਾਲੇ ਨਹੀਂ ਉਹ ਸੱਜਣਾ, ਜੇ ਕਿਤੇ ਆਪਾਂ ਹੁਣ ਗੱਲ ਕਰਨੇ ਹੈ ਨਾ, ਇਹ ਕ੍ਰੋਧ ਦੀ ਹੋਵੇਗੀ, ਇਹ ਜੋਸ਼ ਦੀ ਹੋਵੇਗੀ, ਹੋਸ਼ ਦੀ ਨਹੀਂ ਹੋਵੇਗੀ। ਸਤਿਗੁਰੂ ਅਸੀਂ ਕਾਤਲਾਂ ਨੂੰ ਮੁਕਤ ਕਰ ਦਿਆਂਗੇ, ਮਾਫ ਕਰ ਦਿਆਂਗੇ। ਹਜ਼ੂਰ ਕਹਿਣ ਲੱਗੇ, ਨਹੀਂ, ਕਾਤਲਾਂ ਨੂੰ ਮਾਫ ਵੀ ਨਹੀਂ ਕਰਨਾ, ਕਦੇ ਵਕਤ ਆਵੇਗਾ
ਉਹਨਾਂ ਦੇ ਨੱਕ ਵਿੱਚ ਨੱਥ ਪਾ ਕੇ ਘੁਮਾ ਦਿਆਂਗਾ, ਪਰ ਹਾਲੇ ਨਹੀਂ। ਹਾਲੇ ਲੋਕ ਕਹਿਣਗੇ ਕਿਸੇ ਜੋਸ਼ ਵਿੱਚ, ਕਿਸੇ ਕ੍ਰੋਧ ਵਿੱਚ ਆ ਕੇ ਕਦਮ ਚੁੱਕ ਲਿਆ। ਸਾਹਿਬ ਕੋਈ ਤਿਆਰੀ ਦੱਸੋ। ਹਜ਼ੂਰ ਕਹਿਣ ਲੱਗੇ ਜੇ ਤਿਆਰੀ ਕਰਨੀ ਹੈ ਆਪਾਂ ਅਕਾਲ ਤਖਤ ਬਣਾਈਏ, ਜੇ ਤਿਆਰੀ ਕਰਨੀ ਹੈ ਢਾਡੀਆਂ ਕੋਲੋਂ ਵਾਰਾਂ ਗਵਾਈਏ, ਇਹਨਾਂ ਦਾ ਲਹੂ ਗਰਮ ਹੋਵੇ, ਜੇ ਤਿਆਰੀ ਕਰਨੀ ਚੰਗੀ ਨਸਲ ਦੇ ਘੋੜੇ ਲੈ ਕੇ ਆਈਏ, ਜੇ ਤਿਆਰੀ ਕਰਨੀ ਚੰਗੀਆਂ ਜਵਾਨੀਆਂ ਗੁਰੂ ਦੇ ਚਰਨਾਂ ਵਿੱਚ ਭੇਟਾ ਕਰੀਏ, ਜੇ ਤਿਆਰੀ ਕਰਨੀ ਹੈ ਚੰਗੀ ਤਰ੍ਹਾਂ ਦੇ ਹਥਿਆਰ ਗੁਰੂ ਚਰਨਾਂ ਵਿੱਚ ਭੇਟਾ ਕਰੀਏ। ਔਰ ਉਹੀ ਕੁਝ ਹੋਇਆ। ਇੱਕ ਦਿਨ ਵਕਤ ਆਇਆ, ਫਿਰ ਪਾਤਸ਼ਾਹ ਨੇ 4 ਜੰਗਾਂ ਲੜੀਆਂ। ਜਿਹੜਾ ਪਾਪੀ ਤੱਤੀਆਂ ਤਵੀਆਂ ਤੇ ਬਿਠਾਉਣ ਨੂੰ ਖੁਸ਼ ਸੀ, ਉਹਦੇ ਪਿਓ ਨੂੰ ਇਹੋ ਜਿਹਾ ਵਕਤ ਪਾਇਆ। ਇੱਕ ਗੱਲ ਸਮਝਾ ਕੇ ਰੱਖਤੀ, 4 ਜੰਗਾਂ ਵੀ ਲੜੀਆਂ। ਜਿਹੜਾ ਚੰਦੂ ਦੋਸ਼ੀ ਬਣ ਕੇ ਸਾਰੀਆਂ ਚੁਗਲੀਆਂ ਲਾਉਂਦਾ ਸੀ, ਯਾਦ ਰੱਖਣ ਯੋਗ ਬਾਤ ਹੈ, ਬਕਾਇਦਾ ਸੱਚ ਹਕੀਕਤ ਵਿੱਚ ਉਹਦੇ ਨੱਕ ਵਿੱਚ ਨੱਥ ਪਾ ਕੇ ਘਮਾਇਆ। ਲਾਹੌਰ ਲੈ ਕੇ ਚਲੇ ਗਏ। ਉਸੇ ਗੁਰਦਿੱਤੇ ਭੁੰਜੇ ਦੇ ਕੋਲ ਦੀ ਲੈ ਕੇ ਲੰਘੇ। ਉਹਨੇ ਉਸੇ ਕੜਛੇ ਦੇ ਨਾਲ ਉਹ ਚੰਦੂ ਪਾਪੀ ਦੇ ਸਿਰ ਵਿੱਚ ਕੜਛਾ ਮਾਰਿਆ। ਕਹਿਣ ਲੱਗਿਆ ਤੂੰ ਮਜਬੂਰ ਕੀਤਾ ਸੀ, ਕਦੇ ਗਰੀਬ ਦੇ ਬੱਚਿਆਂ ਦਾ ਦੁੱਖ ਨਹੀਂ ਸੀ ਮੈਂ ਦੇਖ ਸਕਦਾ, ਰੋਟੀ ਦਾ ਵਾਸਤਾ ਸੀ ਤੇਰੇ ਕਾਰਨ ਕਹਿਣ ਕਰਕੇ ਮੈਂ ਗੁਰੂ ਅਰਜਨ ਪਾਤਸ਼ਾਹ ਦੇ ਸੀਸ ਤੇ ਗਰਮ ਰੇਤ ਪਾ ਦਿੱਤੀ ਸੀ, ਪਰ ਕੜਛਾ ਸੰਭਾਲ ਕੇ ਰੱਖਿਆ। ਉਹੀਓ ਕੜਛਾ ਮਾਰ ਕੇ ਚੰਦੂ ਵਰਗੇ ਪਾਪੀ ਦੀ ਜ਼ਿੰਦਗੀ ਦਾ ਅੰਤ ਕੀਤਾ। ਸਾਹਿਬ ਆਖਦੇ ਨੇ, ਕਹਿਣ ਲੱਗੇ ਭਲਿਆ ਪੁਰਖਾ ਆਪਣੀ ਜ਼ਿੰਦਗੀ ਦੇ ਅੰਦਰ ਕ੍ਰੋਧ ਦਾ ਤਿਆਗ ਕਰਕੇ ਤੁਨੀ, ਕਿਉਂਕਿ ਕ੍ਰੋਧ ਤੇਰੀ ਜ਼ਿੰਦਗੀ ਦੇ ਅਕਲ ਦੇ ਖਜ਼ਾਨੇ ਨੂੰ ਤਾਲਾ ਮਾਰ ਦੇਗਾ। ਇੱਕ ਛੋਟੀ ਜੀ ਗਾਥਾ ਹੋਰ ਕਮਾ, ਫਿਰ ਗੱਲ ਅੱਗੇ ਤੋਰਨੇ। ਚੌਥੀ ਜੰਗ 1635 ਦੇ ਨੇੜੇ ਹੋਈ ਹੈ, ਕਰਤਾਰਪੁਰ ਸਾਹਿਬ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਜੰਗ ਲੜੀ। ਉਹ ਜੰਗ ਦੇ ਵਿੱਚ ਪੈਂਦੇ ਖਾਂ ਚੜ ਕੇ ਆਇਆ। ਪੈਂਦੇ ਖਾਂ ਚੜ ਕੇ ਆਇਆ ਤੇ ਸਤਿਗੁਰਾਂ ਦੇ ਸਨਮੁਖ ਹੋਇਆ। ਉਹਦੇ ਮਨ ਵਿੱਚ ਇੱਕ ਵਿਚਾਰ ਹੈ, ਮਨ ਵਿੱਚ ਇੱਕ ਭਾਵਨਾ ਹੈ, ਜੇ ਕਿਤੇ ਗੁਰੂ ਕਿਰਪਾ ਕਰਨ ਮੈਨੂੰ ਇੱਕ ਵਾਰੀ ਵਾਰ ਮਿਲ ਜਾਏ ਨਾ, ਤੇ ਮੈਂ ਇੱਕੋ ਵਾਰ ਚ ਗੁਰੂ ਦਾ ਖਾਤਮਾ ਕਰ ਦਿਆਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੇ ਅਦਬ ਸਤਿਕਾਰ ਦੇ ਨਾਲ, ਬਹੁਤ ਹੀ ਪਿਆਰ ਭਿੱਜੇ ਲਹਿਜੇ ਨਾਲ ਪੈਂਦੇ ਖਾਂ ਸਾਹਮਣੇ ਆਇਆ ਤੇ ਇੱਕ ਬਚਨ ਕਹਿਣ ਲੱਗੇ, ਪੈਂਦੇ ਖਾਂ ਸਜਣਾ ਤੇਰਾ ਤੇ ਮੇਰਾ ਰਿਸ਼ਤਾ ਕਦੇ ਗੁਰੂ ਤੇ ਸਿੱਖ ਵਾਲਾ ਰਿਹਾ, ਇਹ ਗੱਲ ਵੱਖਰੀ ਵੀ ਤੂੰ ਰਿਸ਼ਤਾ ਤੋੜ ਕੇ ਚਲਾ ਗਿਆ। ਲੋਕ ਇਤਿਹਾਸ ਨੂੰ ਦਾਗੀ ਨਾ ਕਰਨ, ਪਹਿਲਾ ਵਾਰ ਤੂੰ ਕਰ। ਪੈਂਦੇ ਖਾਂ ਨੇ ਸੋਚਿਆ ਹੁਣ ਕੰਮ ਬਣ ਗਿਆ। ਉਹਨੇ ਪਹਿਲਾ ਵਾਰ ਕੀਤਾ, ਹਜ਼ੂਰ ਨੇ ਬਚਾ ਲਿਆ। ਮਨ ਵਿੱਚ ਉਸੇ ਵੇਲੇ ਵਿਚਾਰ ਪੈਦਾ ਹੋ ਗਈ, ਕਹਿਣ ਲੱਗੇ ਗਲਤੀ ਹੋ ਗਈ, ਹੰਕਾਰੀ ਕਦੇ ਆਪਣੇ ਆਪ ਨੂੰ ਨਹੀਂ ਜੇ ਮੰਨਦਾ। ਮਨ ਵਿੱਚ ਵਿਚਾਰ ਬਣੀ, ਕਿੰਨੀ ਗਲਤੀ ਹੋ ਗਈ ਮੇਰੇ ਕੋਲੋਂ, ਮੈਂ ਦੂਜਾ ਵਾਰ ਕਿਤੇ ਮਿਲ ਜਾਏ ਨਾ ਹੁਣ, ਤੇ ਮੈਂ ਦੂਜੇ ਵਾਰ ਵਿੱਚ ਤਾਂ ਧੋਖਾ ਖਾਵਾਂਗਾ ਹੀ ਨਹੀਂ ਨਾ। ਪਤਾ ਲੱਗ ਗਿਆ ਵੀ ਸਤਿਗੁਰੂ ਕਿੱਧਰੋਂ ਦੀ ਝੋਕੇ ਵਾਰ ਰੋਕ ਲੈਂਦੇ ਨੇ। ਸਤਿਗੁਰਾਂ ਬਚਨ ਆਖੇ, ਕਹਿਣ ਲੱਗੇ ਪੈਂਦੇ ਖਾਂ ਪਹਿਲਾ ਵਾਰ ਸੀ ਸਿੱਖ ਅਤੇ ਗੁਰੂ ਦੇ ਰਿਸ਼ਤੇ ਪੱਖੋਂ, ਦੂਜਾ ਵਾਰ ਮੈਂ ਤੈਨੂੰ ਦੇਣਾ ਵੀ ਤੂੰ ਚੜ ਕੇ ਆਇਆ, ਅਸੀਂ ਚੜ ਕੇ ਨਹੀਂ ਗਏ, ਸਾਡੇ ਜੰਗ ਲੜਨ ਦੀ ਕੋਈ ਮਨਸ਼ਾ ਨਹੀਂ, ਤੂੰ ਦੂਜਾ ਵਾਰ ਵੀ ਕਰ ਲੈ। ਪੈਂਦੇ ਖਾਂ ਖੁਸ਼ ਹੋਇਆ, ਦੂਜਾ ਵਾਰ ਕੀਤਾ। ਉਹਨੇ ਜਦੋਂ ਦੂਜਾ ਵਾਰ ਕੀਤਾ, ਹੈਰਾਨੀ ਦੀ ਗੱਲ ਆ, ਉਹ ਦੂਜਾ ਵਾਰ ਵੀ ਗੁਰੂ ਪਾਤਸ਼ਾਹ ਨੇ ਬਚਾ ਲਿਆ। ਜਦੋਂ ਪੈਂਦੇ ਖਾਂ ਦੇ ਮਨ ਵਿੱਚ ਵਿਚਾਰ ਆਈ, ਕਹਿਣ ਲੱਗਿਆ ਇਹ ਤੇ ਗੱਲ ਬੜੀ ਮਾੜੀ ਹੋਈ, ਜੇ ਕਿਤੇ ਇੱਕ ਵਾਰ ਮੈਨੂੰ ਹੋਰ ਮਿਲ ਜਾਏ। ਹਜ਼ੂਰ ਕਹਿਣ ਲੱਗੇ ਭਲਿਆ ਪੁਰਖਾ ਪਹਿਲਾ ਵਾਰ ਦਿੱਤਾ ਸੀ ਤੈਨੂੰ ਗੁਰੂ ਅਤੇ ਸਿੱਖ ਦਾ ਰਿਸ਼ਤਾ ਸੀ, ਦੂਜਾ ਵਾਰ ਦਿੱਤਾ ਤੈਨੂੰ ਤੂੰ ਚੜ ਕੇ ਆਇਆ, ਤੇ ਤੀਜਾ ਵਾਰ ਤੂੰ ਸੂਰਮਾ ਹੈ, ਮੈਂ ਤੈਨੂੰ ਕਦੇ ਹਥਿਆਰ ਚਲਾਉਣੇ ਵੀ ਸਿਖਾਏ ਨੇ, ਤੂੰ ਮੇਰੇ ਕੋਲੋਂ ਹਥਿਆਰ ਚਲਾਉਣੇ ਸਿੱਖਿਆ। ਸਾਰੀ ਗੱਲ ਤੂੰ ਯਾਦ ਰੱਖਣ ਯੋਗ ਬਾਤ ਹੈ। ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਜ਼ੋਰ ਕਰਿਆ ਕਰਦੇ ਸਨ। ਇਹਦੇ ਵਿੱਚ ਇੰਨੀ ਤਾਕਤ ਸੀ, ਉਸ ਵੇਲੇ ਦੇ ਇਤਿਹਾਸ ਦੀ ਗਾਥਾ ਹੈ, ਜੇ ਤਲੀ ਦੇ ਉੱਤੇ ਰੱਖ ਕੇ ਰੁਪਈਆ ਚੰਗੀ ਤਰ੍ਹਾਂ ਹੱਥ ਰਗੜ ਦੇਵੇ ਮੋਹਰ ਮਿਟਾ ਦਿੰਦਾ ਸੀ। ਜੇ ਉਹ ਦੋਨੇ ਸੰਡਿਆਂ ਨੂੰ ਲੜਦਿਆਂ ਨੂੰ ਆਸੇ ਪਾਸੇ ਤੋਂ ਸਿੰਘਾਂ ਤੋਂ ਪਕੜ ਲਵੇ, ਨੇੜੇ ਨਹੀਂ ਸੀ ਆਉਣ ਦਿੰਦਾ। ਛੇਵੇਂ ਪਾਤਸ਼ਾਹ ਵੀ ਭਾਰੀ ਗੁਰੂ ਸਨ। ਭਾਈ ਗੁਰਦਾਸ ਜੀ ਨੇ ਮੰਨਿਆ ਇਸ ਗੱਲ ਨੂੰ। ਸਤਿਗੁਰੂ ਜੀ ਦੇ ਬਾਰੇ ਵਿੱਚੋਂ ਬਚਨ ਲਿਖਦੇ ਨੇ, 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਜਿਹੜਾ 52 ਕਲੀਆਂ ਵਾਲਾ ਚੋਲਾ ਪਾਏਗਾ ਨਾ, ਉਹ ਵਾਕਈ ਭਾਰੀ ਗੁਰੂ ਹੋਏਗਾ। ਸਾਰੇ ਗੁਰੂਆਂ ਵਿੱਚੋਂ ਜੁੱਸਾ ਸਰੀਰਕ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਭਾਰੀ ਹੈ। ਤੇ ਉਹਨਾਂ ਨਾਲ ਜ਼ੋਰ ਕਰਿਆ ਕਰਦਾ ਸੀ। ਪੈਂਦੇ ਖਾਂ ਤੁਸੀਂ ਆਪ ਹਿਸਾਬ ਲਾ ਕੇ ਦੇਖ ਲਓ ਵੀ ਕਿੱਡਾ ਕੁ ਆਪਣੀ ਵੀ ਤਾਕਤ ਹੋਵੇਗੀ। ਅੱਜ ਹਜ਼ੂਰ ਨੇ ਇੱਕ ਬਚਨ ਆਖੇ, ਕਹਿਣ ਲੱਗੇ ਪੈਂਦੇ ਖਾਂ ਤੀਜਾ ਵਾਰ ਸਜਣਾ
तू कर लै, क्योंकि तू आपां कदे हथियारां दी सांझ पाउंदे रहे, तू मेरे कोले हथियार चलाउणा सिੱਖਿਆ, किते धोखा ना हो जाए तेरे नाल, तू तीजा वार भी कर लै। जदों पैंदे खां ने तीजा वार भी कीता, हजूर ने वार रोक लिया कि एक बचन गया पैंदे खां नूं, कहण लगे पैंदे खां तू 3 वार कीते ने कमलिया, मैं 3 वार बचा ले ने, लेकिन चेता रखी मैं हुण तेरे नाल 1 वार करना है, मैं तेरे उत्ते 3 वार नहीं करने, मैं तेनू पहला कहण लग्या मैं तेरे उत्ते 1 ही वार करना है, तू 1 ही वार बचा ली, मैं मुड़ के वार नहीं तेरे ते करांगा। हजूर ने अपने वल्लों वार कीता, नाले बचन आख्या, कहण लगे चुना ना बाशिद, चुनी बाशिद वार इवें नहीं करीदा, वार इवें करीदा। जदों 1 वार कीता उन्हें मुरशा करके धरती ते डिगण लगे है। कवि संतोख सिंह ने बड़े प्यारे बोल लिखे ने, कहण लगे जदों डिगण लगे आ साहब ने उहदे दुबारे नहीं वारिया। देखो इहनूं कहिंदे ने क्रोध तो मुक्त होना, दुबारे नहीं मारिया, चढ़ के आया होया गुरु घर दा गदार है, उन्हें दुबारे जख्म नहीं किया, जोर ने डिगण लगे नूं गोद विच ले लिया। जंग दा मैदान है, चारे पासे लोहा खटक रहा है, कईयां दियां लत्तां वड्डियां जा रही ने, कईयां दियां बाहां वड्डियां जा रही ने, सूरमियां दे शरीर विच लहू चौंदा है, पैंदे खां भी जख्मी होया। गुरु ने ना अपना चोला वेखिया, ना अपने कोई जंग दी बात वेखी, उस वेले पैंदे खां डिगदे नूं गोद विच ले लिया। हजूर ने 1 गोडा नीवा कर लिया, 1 ऊंचा कर लिया, पैंदे खां नूं घुट के कलेजे नाल ला के ढाल दी छां करके एक बचन कहण लगे, जब गिरन लाग। कवि संतोख सिंह दे बोल ने, जब गिरन लाग तब कहो उदार, तोहे तुरक जन्म कलमा उचार। जदों गिरन लग्या उदार चित मालक धन गुरु हरगोबिंद साहब जी ने बचन आखिया, जब गिरन लाग तब कहो उदार, तुहे तुरक जन्म कलमा उचार। कहन लगे तेरा जन्म तुरकां दे घर होया, सजना कलमा पढ़ लै, ए तेरे नाल मैं वादा करदा रहा, तू भावें सांझ भुल गया लेकिन गुरु घर नहीं भुलदा, जिन्ना चिर तेरा कलमा पूरा नहीं ना हुंदा तेरे नेड़े मैं मौत नहीं जे आउण देंगा। पढ़ ले कलमा। हुण पैंदे खां नूं अकल टिकाणे आ गई सी, ਉਹਨੇ गुरु की गोद विच रह के एक बचन आखिया, कहंदे पातशाह मेरे वर्गा सुभागा शायद करोड़ां विचों कोई होवे, मेरे वर्गा सुभागा शायद करोड़ां विचों कोई होवे। साहब कहन लगे क्यों? कहन लगे पातशाह बड़े बड़े जपी तपी तपीश्वर पता नहीं किन्नी को बंदगी करने वाले होणगे, ਜਿਹੜੇ सोचते होणगे मेरी जिंदगी का आखिरी सवास मेरे गुरु की गोद विच निकले, पर उन्होंने नसीब नहीं हुंदा। ओ दुनिया दे पुन्ना ते ना रीझण वालिया, मेरे पापां ते रीझ गया तू, दुनिया की गुरमत ते ना रीझण वालिया मेरी दुरमत ते रीझ गया तू, दुनिया दे पुन्ना ते ना रीझण वालिया मेरे धोखे ते रीझ गया तू। मैं तेरी गोद विच पिया, मैनूं होर किहड़ा कलमा पढ़न की लोड़ है, तेरे चरनां विच रहा, तेरे दर ते पलिया, तेरे नाल जोर करदा रहा, तेरे नाल गदारी कीती, अज तेरे नाल ही प्यार करके तेरे ही भरोसे ते अपनी जिंदगी दे श्वास त्यागण लग्या, मैनूं किसी कलमे की लोड़ नहीं। सतगुर घुट के गलवकड़ी च ले लिया, कहन लगे पैंदे खां तेनू दूर नहीं सी करना, पर कमलिया तेरे हंकार ने तेनू दूर कर दिता। बेनती कर रहा सा, क्रोध नू जिंदगी विचों त्याग दिता हजूर ने, ताकि तेनू मालिक दे घर जिउण दी जाच आ जाए, तू किते क्रोधी होके अपना जीवन बर्बाद ना कर जावे। फरीदा बुरे दा भला कर, गुस्सा मन ना हंडाए। तेरे अंदर अगर क्रोध ना होया, देही रोग ना लग गई, ये ना सोच भी मैं उहदा भला करे ते मैनू कुछ नहीं मिलना। जेड़ा बंदा क्रोधी नहीं है ना, तो उन्होंने कदे रोग भी नहीं लगता। बहुते रोग क्रोध के कारण पैदा हो जाते हैं। देही रोग ना लग गई, पल्ले सब किछ पाए। एक मैं बेनती करा, कई बारी आप ऐसी गल करते लेने हैं, पर बहुता पक्ष अधूरा रह जाता है। अधूरा इसलिए रह जाता है, हुण मैं भी बेनती करके चले जाना सी, त्यागना त्यागन निका, काम क्रोध लोभ त्यागना। इनू त्यागना किवें है? एक गल चेता रखियो जे, दुनिया विच कोई अजिही तीली नहीं बनी जिहड़ी अपना मूँह साड़े तो बिना किसी दे घर नूं अग ला दे। हर तीली पहला अपने आप नूं अग लाउंदी है, अपना मूँह साड़दी है तीली, तां किसी दूजे दे घर नूं अग ला सकदी है। जिहड़ा सानूं अग लाउण आउंदा है ना जीवन अंदर, ये सोचिया करिए, ये तां तपिया होया है,
पर मैं तो गुरु के चरणों में रह के ठंडा रहने की जाच सिख लवां। यकीन जाणियो, जे किते गुरु कोलों असीं निक्का जिहा नुकता सिख लईए ना, जिंदगी सुखां भरी हो सकती है, सुखां भरी जिंदगी हो सकती। जदों कोई माड़े वचन बोलदा है, जदों कोई कौड़ी गल करदा है, उदों अपने जीवन अंदर झात मार के देखो सिखा, जे तेरे अंदर गुरु की बाणी बसी होई तां तू क्रोधी नहीं होवेगा, क्योंकि ओहियो भांडा बहुता बोलदा है जिहड़ा अंदरों खाली होवे। कहो कबीर शूशा घट बोले, भरिया होए सो कबू ना डोले। ओ जो अपने आप को पुछ के देखिया करो, ओ मना तू दूजिया नू उपदेश देना, अज एदी कौड़ी गल सहार के वेख, तू अपने अंदर झात मार के देख। यकीन जानियो, किसी दी कौड़ी गल पर ख्याल ना करियो, तुसी अपने वल झात मार के देखियो, गुस्सा ठंडा हो जाएगा। क्रोध ओ चंडाल दा रूप नहीं लवेगा जिहदे नाल जिंदगी बर्बाद हो जाएगी। मैं एक तीजा पक्ष भी अजे तुहाडे नाल साझा करना है। लोभ की अवस्था सतगुरां ने अमृतमई बाणी विच बड़े प्यारे बख्शिश की है। दो उदाहरण मैं तुहाडे सामने रखनी है चाहना है। जदों कदे गुरु पातशाह की बाणी पढ़ीए तो साहिब की बाणी विच सब तो उत्तम जामा जिहड़ा वो मनुख दे कोल है। इस देही को सिमरै देव, सो देही भज हर की सेव। सब तो उत्तम जामा इनू देवी देवते भी लोचते ने। जां फिर अमृत बचन पढ़ दिओ गुरु की बाणी विचों, 184 जोन सबाई मानस को प्रभ दी वडियाई, इस पौड़ी ते जो नर चूकै सो आए जाए दुख पाइंदा। अबर जोन तेरी पनहारी, इस धरती में तेरी सिकदारी, अबर जोन तेरी पनहारी। विद्वान पुरुषों ने बचन लिख देते, अशरफुल मखलूकात, दुनिया का सब तो श्रोमणी जामा तेरे कोल है, जिहड़ा तेनू रब दे नाल मिला सकदा है। कपड़ रूप सुहावना, सब तो कीमती कपड़ा पा के इस वेले आत्मा संसार दे मेले विच आई हुई है। हुण जे किते एडा कीमती कपड़ा पाया होया है, एडी दात मालिक ने बख्शिश की हुई है, हजूर आखते ने कहंदे सजना, पर जदों किते मैं तेरे कर्मां वल झात मारदा ना, फिर मेरा जी करदा जामा तेरे कोल उत्तम है, पर तू सिक्ख्या कुत्तियां कोलों लै। देखो किड्डी प्यारी बात है हजूर दी। कहन लगे जे तू सिक्ख्या की गल करनी चाहना ना, मैं कदे कुत्ते नू नहीं कहांगा भी तू मनुख कोलों सिख। रब्बी बाणी विच एक नहीं, इहो जिहियां अनेकां उदाहरणां ने। कदे अमृत वेले जागना सिखना है, चिड़ी कोलों सिख। चिड़ी चौकी पाओ फुटी, चिड़ी कोलों सिख। चिड़ी नू कदे नहीं कहा भी तू मनुख कोलों सिख, क्योंकि मनुख ते बेईमान हो जांदा है। कुत्ते नू कहा नहीं कदे भी, एक बारी भी उदाहरण नहीं आउंदी भी तू कदे मनुख कोलों सिख। मनुख नू कहा तू कुत्ते कोलों सिख। बंदे अणगिणत इहो जिहियां उदाहरणां ने जिहड़ियां रब्बी बाणी विच कई जानवरां दे कोलों सिखण दीयां गल्लां आउंदियां ने। जिवें काम दी उदाहरण विच हाथी दी उदाहरण है, मैं गल नेड़े रखनी चाहुंदा। बांदर कोलों सिख, मारकर मुस्ती अनाज की मन बौरा ले लीनी हाथ पसार, छूटन को सहसा परियो मन बौरा ले नाचो घर घर बार। अणगिणत इहो जिहियां उदाहरणां ने। जिहड़ी बेनती करना चाहुंदा उहदे वल तवज्जो दिओ। हजूर ने क्या कहन लगे, जे रब नूं मिलना चाहुंदा है ना, तो मैं तेनों किसी पीर फकीर पैगंबर साध संत कोल नहीं भेजन लग्या, मैं तेनों कुत्ते कोल भेजन लग्या। साहब कुत्ते कोलों की सिखां? हजूर आखते ने, कहने कुत्ते कोलों सिख किवें ओह शिरक दे नाल अपने मालिक दे घर दा त्याग नहीं करदा। स्वामी को गृह जो सदा, स्वान तजत नहीं नित, नानक एह बिद हर भजो, इक मन होए इक चित। नानक एह बिद, इस तरीके तू रब दी बंदगी कर। हुण कुत्ते कोलों सिखण दी बात है। जेड़े कुत्ते नूं एडी वड्डी उदाहरण दित्ती, कुकर नूं एडी वड्डी उदाहरण दित्ती, ओहदे कोलों सिखण वास्ते मनुख दी बात आखी है, लेकिन उसे कुकर दा हाल एक दूजा भी विखाया है। उदों तक वह पूजन योग है, उदों तक वह मनण योग है, उदों तक उहदे कोलों सिक्ख्या लैण योग है सजना, जदों तक वह मालिक दे चरणां विच संतोख धारण करके जुड़िया होया। पर जदों ओहियो कुकर हरकाया
ਤੇ ਫਿਰ ਉਸੇ ਮਾਲਕ ਨੇ ਉਹਨੂੰ ਬਚਨ ਕਰ ਦਿੱਤਾ ਵੀ ਇਹਨੂੰ ਗੋਲੀ ਮਾਰ ਦਿਓ, ਮੇਰੀ ਅੱਖਾਂ ਦੇ ਸਾਹਮਣੇ ਮਾਰ ਦਿਓ। ਜਿਹੜਾ ਕੱਲ ਕਿਸੇ ਨੂੰ ਝਿੜਕਣ ਵੀ ਨਹੀਂ ਸੀ ਦਿੰਦਾ, ਅੱਜ ਉਹ ਆਪਣੇ ਸਾਹਮਣੇ ਮਰਵਾਉਣ ਲੱਗਾ। ਕਹਿੰਦੇ ਕਾਰਨ ਕੀ ਬਣਿਆ? ਕਹਿਣ ਲੱਗੇ ਉਹਦੇ ਅੰਦਰ ਹਲਕ ਪੈਦਾ ਹੋ ਗਿਆ। ਬਸ ਲੋਭੀ ਪੁਰਖ ਉਸ ਕੁੱਤੇ ਵਰਗਾ ਹੈ ਜਿਹੜਾ ਹਲਕ ਜਾਏ, ਸੰਤੋਖੀ ਪੁਰਖ ਉਸ ਕੁੱਤੇ ਵਰਗਾ ਹੈ ਜਿਹੜਾ ਗੁਰੂ ਦੇ ਚਰਨਾਂ ਨੂੰ ਕਦੇ ਛੱਡ ਕੇ ਨਹੀਂ ਜਾਂਦਾ। ਜਿਉਂ ਕੁੱਕਰ ਹਰਕਾਇਆ ਧਾਵੇ ਜੈ ਦਸਿਆਏ, ਲੋਭੀ ਜੰਤ ਨਾ ਜਾਣੀ ਭਖ ਅਭਖ ਸਭ ਖਾਏ। ਕਹਿੰਦੇ ਲੋਭੀ ਪੁਰਖ ਨਹੀਂ ਕਦੇ ਜਾਣਦਾ, ਉਹਨੂੰ ਜੀ ਕਰਿਆ ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਉਹਨੇ ਚੁੱਕ ਕੇ ਕੋਈ ਟੋਕਾ ਆਪਣੇ ਪਿਓ ਦਾ ਵੀ ਗਲ ਵੱਢਣਾ ਹੋਇਆ ਨਾ ਤੇ ਵੱਢ ਦੇਗਾ। ਸਜਣਾ ਲੋਭੀ ਕਾ ਵਿਸਾਹ ਨਾ ਕੀਜੈ, ਜੇ ਕਾ ਪਾਰ ਵਸਾਏ। ਅੰਤ ਕਾਲ ਉਹ ਤਿੱਥੈ ਧੂਹੈ ਜਿੱਥੇ ਹੱਥ ਨਾ ਪਾਏ। ਸਮੇਂ ਦੀ ਬੜੀ ਸੀਮਾ ਹੈ, ਮੈਂ ਇੱਕ ਉਦਾਹਰਨ ਹਜੇ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਾਹਿਬ ਆਖਦੇ ਨੇ, ਕਹਿੰਦੇ ਦੇਖੀ ਕਿਤੇ ਲੋਭ ਨਾ ਕਰੀ, ਫਰੀਦਾ ਜਾ ਲੱਭਤਾ ਨਿਹੋ ਕਿਹਾ, ਲੱਭਤਾ ਕੂੜਾ ਨੇਹ ਕਿਚਰ ਝੱਤ ਲੰਗਾਈਏ ਛੱਪੜ ਟੁੱਟੇ ਮੇ। ਕਹਿਣ ਲੱਗੇ ਫਿਰ ਤੇਰੀ ਪ੍ਰੀਤ ਇਵੇਂ ਦੀ ਹੈ ਜਿਵੇਂ ਕੋਈ ਟੁੱਟੇ ਹੋਏ ਛੱਪੜ ਦੇ ਥੱਲੇ ਮੀਂਹ ਤੋਂ ਬਚਣਾ ਚਾਹਵੇ, ਕਿੰਨਾ ਕੁ ਚਿਰ ਬਚ ਸਕਦਾ? ਛੱਪੜ ਤੇ ਪਹਿਲਾਂ ਹੀ ਟੁੱਟਿਆ ਹੋਇਆ, ਉਹਦੇ ਵਿੱਚ ਤਾਂ ਪਹਿਲਾਂ ਹੀ ਇੰਨੇ ਬੜੇ ਪਾੜੇ ਪਏ ਹੋਏ ਨੇ। ਇੱਕ ਭਲਕੇ ਅੱਜ ਕੱਲ ਭਲਕੇ ਕੋਈ ਨਿੱਕਾ ਜਿਹਾ ਹਵਾ ਦਾ ਝੌਂਕਾ ਆਇਆ, ਤੇਰਾ ਛੱਪਰ ਉੱਡ ਜਾਣਾ। ਕਹਿਣ ਲੱਗੇ ਸਜਣਾ ਤੇਰਾ ਪਿਆਰ ਹੈ ਨਾ ਜਿਹੜਾ, ਉਹ ਸਾਰੀ ਜ਼ਿੰਦਗੀ ਲੱਭ ਵਾਲਾ ਹੀ ਹੈ, ਲੱਭ ਵਾਲਾ ਹੀ ਹੈ। ਦੋ ਸ਼ਬਦ ਮੈਂ ਫਿਰ ਕਹਿਣ ਲੱਗਾ, ਖਿਮਾ ਕਰਿਓ ਜੇ ਗੱਲ ਅੱਗੇ ਫਿਰ ਬਾਅਦ ਚ ਤੋਰਨੇ। ਇੱਕ ਹੁੰਦੀ ਆ ਲੋੜ, ਇੱਕ ਹੁੰਦਾ ਜੋੜ। ਸਾਹਿਬ ਕਹਿੰਦੇ ਤੂੰ ਲੋੜ ਦੀ ਖਾਤਰ ਹੀ ਗੁਰੂ ਚਰਨਾਂ ਵਿੱਚ ਆ ਜਾ, ਮੈਂ ਤੈਨੂੰ ਆਪੇ ਜੋੜ ਦਿਆਂਗਾ। ਤੂੰ ਜੁੜਨ ਵਾਸਤੇ ਨਾ, ਮੈਂ ਤੇਰੇ ਨਾਲ ਵਾਅਦਾ ਕਰਨਾ, ਤੂੰ ਜੁੜਨ ਵਾਸਤੇ ਨਾ ਗੁਰੂ ਚਰਨਾਂ ਵਿੱਚ, ਆਪਣੀ ਲੋੜ ਖਾਤਰ ਹੀ ਆ ਜਾ। ਇਹੋ ਹੀ ਕਹਦੇ ਸਤਿਗੁਰੂ ਮੇਰਾ ਕਾਰਜ ਰਾਸ ਕਰ ਦੇ। ਓਏ ਤੈਨੂੰ ਪਤਾ ਵੀ ਨਹੀਂ ਲੱਗਣਾ, ਤੇਰੇ ਦੁਨਿਆਵੀ ਕਾਰਜਾਂ ਦੇ ਨਾਲ ਨਾਲ ਗੁਰੂ ਨੇ ਤੇਰਾ ਪਰਲੋਕ ਦਾ ਵੀ ਕਾਰਜ ਰਾਸ ਕਰ ਦੇਣਾ, ਕਿਉਂਕਿ ਦੋਵੇਂ ਥਾਮ ਰੱਖੇ ਗੁਰਸੂਰੇ। ਗੁਰੂ ਸੂਰਮਾ ਦੋਵੇਂ ਥਾਮ ਰੱਖ ਦਿੰਦਾ। ਤੂੰ ਜੁੜਨ ਵਾਸਤੇ ਨਹੀਂ ਆਉਣਾ, ਤੂੰ ਜੋੜ ਵਾਸਤੇ ਨਹੀਂ ਆਉਣਾ, ਤੂੰ ਲੋੜ ਵਾਸਤੇ ਹੀ ਆ ਜਾ। ਇੱਕ ਗੱਲ ਯਕੀਨ ਕਰਕੇ ਜਾਣੀ, ਜਿਸ ਦਿਨ ਲੋੜ ਵਾਸਤੇ ਵੀ ਆ ਗਿਆ ਗੁਰੂ ਤੈਨੂੰ ਨਿਰਾਸ਼ ਨਹੀਂ ਮੋੜੇਗਾ, ਗੁਰੂ ਜੋੜ ਕੇ ਮੋੜੇਗਾ। ਸ਼ਾਇਦ ਇਤਿਹਾਸ ਵਿੱਚ ਐਸੀਆਂ ਗਾਥਾਵਾਂ ਬੇਅੰਤ ਪਈਆਂ ਨੇ, ਜਦੋਂ ਕੋਈ ਆਪਣੀ ਲੋੜ ਦੀ ਖਾਤਰ ਆਇਆ ਪਰ ਉਹ ਸਦਾ ਲਈ ਜੁੜ ਗਿਆ। ਜਿਹੜੀ ਬੇਨਤੀ ਕਰਨ ਲੱਗਾ ਸੋ ਉਹਦੇ ਵੱਲ ਫਿਰ ਤਵੱਜੋ ਦਿਓ, ਉਦਾਹਰਨ ਦੇਣ ਲੱਗਾ ਸਾਂ। ਕਦੇ ਧਿਆਨ ਮਾਰ ਕੇ ਦੇਖੋ ਇਹਨਾਂ ਇਤਿਹਾਸ ਦੇ ਪੰਨਿਆਂ ਵੱਲ। ਦੋ ਉਦਾਹਰਨਾਂ ਸਰਹੰਦ ਦੀ ਧਰਤੀ ਤੋਂ ਦੇਣ ਲੱਗੇ ਆ। ਨਿਕਲੇ ਨਿਕਲੇ ਬੱਚੇ ਨੇ ਇੱਥੇ। ਇੱਕ ਹੈ ਉਹਨਾਂ ਵਿੱਚੋਂ ਗੰਗੂ ਬ੍ਰਾਹਮਣ, जगत में आके अपना नाम बदनाम कर गया, दुश्मन भी जो कर ना सका वो काम कर गया। अल्लाह यारखन जोगी दे बचन ने कहन लगे, माया दे लालच दे अधीन होके उन्हां साहिबजादियां दे जिन्हां दे दर्शन करिया गुरु चेता आ जांदा है, जिन्हां दे दीदार करिया, जिन्हां दी नेड़ता विच आया मालिक परमेश्वर नाल लिव जुड़ जांदी है। इहने उन्हां दी निकड़ियां निकड़ियां जिंदा ते मां गुजरी दी बजुर्गी ते भी तरस ना कीता। धन दी खातर इहने पापी ने जाके जानी खां ते मानी खां दो मरंडे तो लिया के उन्हां पठाणा नूं, उन्हां मुगलां नूं ते सतगुरु जी दे साहिबजादियां नूं गिरफ्तार करवा दिता। ज्ञानी ज्ञान सिंह ने बड़ी प्यारी गल लिखी है, कहण लगे जिस थां दे उत्ते धन दब के गया सी ना, हैरानी दी गल है उत्थे इहो जिहा रोड़ पिया, उत्थे इहो जिहा पानी दा हड़ आया, वो धन भी नूं मिलिया नहीं सी। याद रखण जोग बात है, वो धन इहनूं मिलिया नहीं सी। उन्हां साहिबजादियां नूं शहादत दा जाम पीण ते मजबूर करन वाला, ठंडे बुरज दे दुखड़े झल्लण दे कारण बनन वाला इहो पापी गंगू है, जिहड़ा धन दी खातर इतना अपना लोक ते परलोक गवा के चला गया। रहिंदी दुनिया तक जदों भी इतिहास दा विद्यार्थी इतिहास दे पन्नियां नूं खोलेगा, गंगू दा नां किसी शरदा नाल नहीं बल्कि कलपे हुए हिरदे नाल ही लवेगा। पापीआ ਉਹ ਐਸ ਉਮਰ ਦੇ ਤਾਂ ਉੱਤੇ ਹਰੇਕ ਬੰਦਾ ਤਰਸ ਕਰ ਲੈਂਦਾ, ਬੱਚਿਆਂ ਦੇ ਬਜ਼ੁਰਗੀ ਦੇ ਉਮਰ ਦੇ ਉੱਤੇ। ਤੈਨੂੰ ਇਸ ਤੇ ਵੀ ਤਰਸ ਨਾ ਆਇਆ? ਤੂੰ ਇੰਨਾ ਚਿਰ ਗੁਰੂ ਘਰ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਦੇ ਬੱਚਿਆਂ ਦੀ ਸੇਵਾ ਕਰਕੇ ਤੂੰ ਆਪਣੇ ਬੱਚੇ ਪਾਲ ਰਿਹਾ, ਅੱਜ ਉਹੀਓ ਬੱਚੇ ਤੇਰੇ ਘਰ ਆ ਗਏ, ਤੂੰ ਆਪਣੇ ਬੱਚਿਆਂ ਦੀ ਖਾਤਰ ਕਿਸੇ ਦੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਬਿਠਾ ਦਿੱਤਾ। ਇੱਕ ਪਾਪੀ ਇਹ ਹੈ जिन्हें माया की खातर एडा बड़ा पाप किया।
एक पुन्नी वो है जिन्हें माया की खातिर एडा बड़ा पुण्य कर लिया। जदों भी कदे सिख जगत विच इतिहास पढ़िया जाएगा लोग उन्हें नमस्कार करनगे। वो है टोडर मल। घर च आया निराश बैठा है। घर वाली पुछदी है, कहन लगी साहबजादियां दी शहादत दा साइयां दुख ते सारियां नूं है, सारियां दे अंदर दुख है, पर तू इन्ना निराश ना हो। इन्ने तेरे अखां तो किरदे अथरू तेन बहुत डूंगी निराशता विच लै गए ने। कहन लगे भगवान ने लोगां ने खबरां सुनियां ने, लोगां ने केवल खबरां सुनियां ने, साहबजादे शहादत दा जाम पी गए ने। मैं अखीं वेख के भी आया, उन्हां दियां लाशां पईयां ने, जिवें उन्हां दियां लाशां पईयां मेरे कोल बर्दाश्त नहीं हुंदियां, मेरे कोल बर्दाश्त नहीं हुंदियां। मैं आग्या मंगी सी इन्हां दा संस्कार कर लवां, पर उस वेले जालम ने शर्त रख दी अगे। कहन लगे जे इन्हां दा संस्कार करना, इन्हां बागियां दी तैनूं जमीन खरीदनी पवेगी। घर वाली कहन लगी जमीन खरीद लो। कहन लगे जमीन दा मुल पापी आम जमीनदारा वांगू नहीं ना लेंदा। जमीन दा मुल लैण वास्ते उन्हें शर्त रख दी, जिन्नी तैनूं जमीन चाहिदी है उन्नियां तैनूं मोहरां बिछा के लैणियां पैणगियां। कहन लगे फिर मोहरां बिछा के लै लो सजना, गुरु दे साहबजादियां लई इह यादगार बन जाएगी। कहन लगे उन्नियां मोहरां नहीं आ ना जिन्नियां बिछाउण नूं पापी मंगदा है। उसे वेले घर वाली ने गहने ते जो कुछ घर दा बचिया समान सी सब कुछ वेच के अपने घर नूं कंगालां वर्गा बना के अज गुरु दे साहबजादियां दी खातिर उस जमीन दे उत्ते मोहरां बिछा के उस जमीन खरीद लई। कई बारी मेरा जी करदा टोडर मन में तेनूं पुछां, लोग बड़ा संकोच कर लैंदे ने, धन खर्चण लगे आ, तू एक साहबजादे दी जगह खरीद लैंदा ते ओहदे उत्ते पहला एक दा संस्कार कर लैंदा, फिर दूजे दा कर लैंदा, फिर तीजे दा कर लैंदा, मां गुजरी दा कर लैंदा, क्योंकि तू तां जमीन खरीद लई सी, तैनूं कोई रोक नहीं सी सकदा मुड़ के। पर तू तिन्नां दे लई वक्खो वक्खरी जमीन खरीदी, तू मोहरां दा लालच ना कीता। तू तिन्नां दी जमीन वक्खो वक्खरी खरीदी। उन्हां तिन्नां दी जमीन खरीद के अत्ते पिंड तो, अत्ते चौधरी दा नां है, उस पिंड तो अजकल उसे दे नां ते पिंड वसिया होया, अत्ते चौधरी तो जमीन खरीद के, क्योंकि उन्हें हुक्म होया सी उमें दा, ओहदे कोल मोहरां बिछा के गुरु दे साहबजादियां दा, दोने साहबजादियां दा मां गुजरी दा संस्कार करके एक धन्नवाद कीता। सतगुरा तू माया बख्शी है, मैं सच दे लेखे ला दित्ती है। गल चेता रखियो, जे पापी माया कमाउंदा भी पाप नाल है, संभालदा भी पाप नाल है, ते खर्चदा भी पाप वाली जगह ही है। धर्म की जगह नहीं जे खर्च सकदा। सतगुरु ने कृपा कीती, कहन लगे दुनिया के इतिहास विचों सब तो माड़े पन्ने ने तां इन्हां तीन लोगां दे ने, या तां कामी पुरखां दे, या लोभी पुरखां दे, या दुनिया दे अंदर चेते रखी क्रोधी पुरखां दे पन्ने इतिहास विच बड़े माड़े ने। तिन्ने चीजां दा त्याग कर जे रब दे घर प्रवान होना चाहुंदा। त्यागना त्यागन निका, काम क्रोध लोभ त्यागना। आखिर विच एक अरदास करिए, पातशाह साडे कोल त्यागे नहीं जे जाने, ये तो बड़े बलवान ने। अंदरों एक गुरु दे चरनां विच जुड़ के बेनती करिए, काम क्रोध लोभ झूठ निंदा इनते आप छुड़ावो, ए भीतर ते इनको डारो, आपन निकट बुलावो। ਇਹਦੇ ਵਿੱਚੋਂ ਤੁਸੀਂਓ ਕੱਢ ਕੇ ਸਾਨੂੰ ਆਪਣੇ ਚਰਨਾਂ ਦੇ ਨੇੜੇ ਕਰ ਲਓ। ਜਿਨ੍ਹਾਂ ਤੇ ਮੇਰੇ ਗੁਰੂ ਦੀ ਕਿਰਪਾ ਹੋ ਗਈ ਉਹਨਾਂ ਦਾ ਜੀਵਨ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ। ਕੱਲ ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। इस पंक्ति की आपां नाल मिल विचार करांगे। गुरु कृपा करे, भुल्लां चुकां दी खिमा जी। प्यार नाल आखो वाहिगुरू जी का खालसा।